हेलो टीवी स्कूल फ्रेंड्स, मेरा नाम है लवलीन सूद एंड मेरा सब्जेक्ट है साइंस। मैं साइंस ਦਾ ਕੈਮਿਸਟਰੀ ਵਾਲਾ ਪਾर्ट ਕੰਸੀਡਰ ਕਰਨ ਜਾ ਰਹੀ ਹਾਂ। ਜਦ ਸਟੱਡੀ ਆਪਾਂ ਕਰਾਂਗੇ ਉਹ ਕਿਹੜਾ ਹੈ, ਸਾइंस ਦਾ ਕੈਮਿਸਟਰੀ ਵਾਲਾ ਪਾर्ट। ਠੀਕ ਹੈ, ਤਾਂ ਸਾइंस ਦੇ ਵਿੱਚ ਕੈਮਿਸਟਰੀ ਪੜ੍ਹੀ ਹੋਏਗੀ, ਫਿਜ਼ਿਕਸ ਪੜ੍ਹੀ ਹੋਏਗੀ, ਉਹ ਬਾਇਓਲੋਜੀ ਬਾਰੇ ਪੜ੍ਹਿਆ ਹੋਊਗਾ। ਬਟ ਜਿਹੜਾ ਆਪਾਂ ਅੱਜ ਟੂਡੇ ਜਦ ਸਟੱਡੀ ਕਰਨਾ ਉਹ ਕਿਹੜਾ ਪਾर्ट ਹੈ, ਦੈਟ ਇਜ਼ ਕੈਮਿਸਟਰੀ। ਤੇ ਹੁਣ ਆਪਾਂ ਜੋ ਕੈਮਿਸਟਰੀ ਕਰ ਰਹੇ ਹਾਂ ਉਹ 10th ਕਲਾਸ ਦੀ ਹੈ। ਠੀਕ ਹੈ, ਫਸਟ ਚੈਪਟਰ ਹੀ ਸਟਾਰਟ ਕਰ ਰਹੇ ਹਾਂ, ਦੈਟ ਇਜ਼ ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। तो फर्स्ट चैप्टर ही आप स्टार्ट कर रहे हैं, दैट इज कैमिकल रिएक्शंस एंड इक्वेशंस। तो हम आप केमिस्ट्री बारे पढ़ रहे हैं। ठीक है, नाम केमिस्ट्री तो की इंडिकेट हो रहा है, मतलब आप टर्म ये यूज कर रहे हैं, दैट इज केमिस्ट्री। ठीक है, केमिस्ट्री ਦੇ ਵਿੱਚ ਆਪਾਂ ਕੀ ਸਟੱਡੀ ਕਰ ਸਕਦੇ ਹਾਂ। ਜਦੋਂ ਆਪਾਂ ਕੈਮਿਸਟਰੀ ਪੜ੍ਹਦੇ ਹਾਂ ਨਾ ਤਾਂ ਮਾਈਂਡ ਸਭ ਤੋਂ ਪਹਿਲੇ ਇੱਕ ਹੀ ਜਿਹੜਾ ਵਰਡ ਜਿਹੜਾ ਆਉਂਦਾ दैट इज केमिकल रिएक्शंस। केमिकल रिएक्शंस ਇਹ ਟਰਮ ਆਪਣੇ ਮਾਈਂਡ 'ਚ ਆਉਂਦੀ ਹੈ ਕਿ ਅਗਰ ਆਪਾਂ ਕੈਮਿਸਟਰੀ ਪੜ੍ਹ ਰਹੇ ਹਾਂ ਨਾ, ਇਹਦਾ ਮਤਲਬ ਆਪਾਂ ਕੈਮੀਕਲ ਰਿਐਕਸ਼ਨ ਸਟੱਡੀ ਕਰਾਂਗੇ। ਵੀ ਜਿਹੜੀ ਰਿਐਕਸ਼ਨਸ ਹੁੰਦੀਆਂ ਡੇਲੀ ਲਾਈਫ ਦੇ ਵਿੱਚ ਜਾਂ ਫਿਰ ਆਪਾਂ ਲੈਬ ਦੇ ਵਿੱਚ, ਮਤਲਬ ਮਾਈਂਡ ਦੇ ਵਿੱਚ ਆਉਂਦਾ ਕੈਮਿਸਟਰੀ ਨਾਮ ਤੋਂ ਇੱਕ ਲੈਬ ਜੀ ਬਣ ਜਾਂਦੀ ਹੈ ਜਿਹਦੇ ਵਿੱਚ ਆਪਾਂ ਐਕਸਪੈਰੀਮੈਂਟ ਕਰ ਰਹੇ ਹਾਂ, ਕੁਛ ਇਸ ਤਰ੍ਹਾਂ ਦਾ ਮਾਈਂਡ 'ਚ ਆਉਂਦਾ ਟਰਮ ਤੋਂ ਹੀ ਕੈਮਿਸਟਰੀ ਦੀ। ਠੀਕ ਹੈ, ਕਿਉਂਕਿ ਕੈਮਿਸਟਰੀ ਦੇ ਵਿੱਚ ਆਪਾਂ ਕੀ ਸਟੱਡੀ ਕਰਦੇ ਹਾਂ, ਕੈਮੀਕਲ ਰਿਐਕਸ਼ਨਸ। ਠੀਕ ਹੈ, ਕੀ ਸਟੱਡੀ ਕਰਦੇ ਆਪਾਂ, ਕੈਮੀਕਲ ਰਿਐਕਸ਼ਨਸ। ਮੇਨਲੀ ਇਹਦੇ ਵਿੱਚ ਆਪਾਂ ਐਲੀਮੈਂਟਸ ਦੀ ਅਲੱਗ-ਅਲੱਗ ਸਟੱਡੀ ਕਰਦੇ, ਸਾਰੇ ਇੰਨੇ ਸਾਰੇ ਐਲੀਮੈਂਟਸ ਆਪਣੇ ਪੀਰੀਅਡ ਟੇਬਲ ਦੇ ਵਿੱਚ, ਪੂਰਾ ਪੀਰੀਅਡ ਟੇਬਲ ਹੈ। ਹਾਈਡਰੋਜਨ ਬਾਰੇ ਸੁਣਿਆ ਹੋਣਾ, ਲਿਥੀਅਮ ਬਾਰੇ ਸੁਣਿਆ ਹੋਣਾ, 에ਅਰ ਪ੍ਰੈਜ਼ੈਂਟ ਹੈ, 에ਅਰ 'ਚ ਕਿਹੜੀ ਪ੍ਰੈਜ਼ੈਂਟ ਹੈ, ਗੈਸਿਸ ਕਿਹੜੀ ਪ੍ਰੈਜ਼ੈਂਟ, ਨਾਈਟ੍ਰੋਜਨ ਪ੍ਰੈਜ਼ੈਂਟ ਹੈ, ਆਕਸੀਜਨ ਆਪਾਂ ਸਾਹ ਲੈਂਦੇ ਹਾਂ, ਆਕਸੀਜਨ ਲੈਂਦੇ ਹਾਂ, ਸਾਹ ਥਰੂ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਾਂ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਸਟੱਡੀ ਜਿਹੜੀ ਹੈ ਉਹ ਆਪਾਂ ਕੈਮਿਸਟਰੀ ਦੇ ਅੰਦਰ ਪੜਾਂਗੇ। ਠੀਕ ਹੈ, ਕੈਮਿਸਟਰੀ ਦੇ ਅੰਦਰ ਆਪਾਂ ਹੋਰ ਵੀ ਅੱਗੇ 3 ਪਾਰਟਸ ਆ ਜਾਂਦੇ, ਆਪਾਂ ਉਹਨਾਂ 3 ਪਾਰਟਸ ਬਾਰੇ ਨਹੀਂ ਜਾਵਾਂਗੇ। ਮੇਨਲੀ ਆਪਾਂ ਕੀ ਕਰਾਂਗੇ, ਕੈਮੀਕਲ ਰਿਐਕਸ਼ਨਸ, ਕਿਉਂਕਿ ਆਪਣਾ ਚੈਪਟਰ ਹੀ ਕੀ ਹੈ, ਕੈਮੀਕਲ ਰਿਐਕਸ਼ਨਸ। ਠੀਕ ਹੈ, ਕਿ ਰਿਐਕਸ਼ਨ ਕਿਵੇਂ ਦੀ ਹੁੰਦੀਆਂ ਨੇ। ਆਪਾਂ ਮਤਲਬ ਤੁਸੀਂ ਦੇਖਿਆ ਹੋਣਾ ਲੈਬ ਦੇ ਵਿੱਚ ਆਪਾਂ ਇੱਕ ਫਲਾਸਕ ਲੈ ਲੈਂਦੇ, ਦੂਜੀ ਫਲਾਸਕ ਲੈ ਲੈਂਦੇ, ਦੋਨਾਂ ਨੂੰ ਮਿਕਸ ਕਰਕੇ ਦੇਖਦੇ ਵੀ ਹਾਂ ਨਵੀਂ ਚੀਜ਼ ਕੀ ਬਣੀ ਹੈ, ਉਹਨੂੰ ਆਪਾਂ ਕੀ ਦੇਖਦੇ, ਕੈਮੀਕਲ ਰਿਐਕਸ਼ਨਸ। ਠੀਕ ਹੈ, ਤੇ ਇਕੁਏਸ਼ਨਸ ਕੀ ਹੁੰਦਾ ਹੈ, ਰਿਐਕਸ਼ਨ ਦਾ ਆਪਾਂ ਦੋ ਕੈਮੀਕਲਸ ਨੂੰ ਮਿਕਸ ਕੀਤਾ ਤਾਂ ਉਸ ਤੋਂ ਬਾਅਦ ਕੀ ਨਵੀਂ ਚੀਜ਼ ਬਣੀ, ਦੈਟ ਇਜ਼ ਕੈਮੀਕਲ ਰਿਐਕਸ਼ਨ। ਠੀਕ ਹੈ, ਤਾਂ ਤੁਹਾਨੂੰ ਮਾਈਂਡ 'ਚ ਜਦੋਂ ਤੁਸੀਂ ਦੇਖਿਆ ਹੋਵੇਗਾ ਕਦੀ ਟੀਵੀ 'ਤੇ ਵੀ ਤੁਸੀਂ ਦੇਖਿਆ ਹੋਣਾ ਜਾਂ ਐਕਸਪੈਰੀਮੈਂਟ ਹੁੰਦੇ ਹੋਏ ਕਿ ਦੋ ਫਲਾਸਕ ਜਦੋਂ ਕੋਈ ਮਟੀਰੀਅਲ ਮਿਕਸ ਕਰਦੇ ਵਿੱਚ ਧੂੰਆਂ ਨਿਕਲ ਰਿਹਾ ਹੁੰਦਾ, ਤੁਸੀਂ ਕਹਿੰਦੇ ਕੋਈ ਰਿਐਕਸ਼ਨ ਹੋ ਗਈ, ਕੁਛ ਹੋਇਆ ਹੈ, ਤਾਂ ਉਹਨੂੰ ਆਪਾਂ ਬੋਲਦੇ ਕੋਈ ਰਿਐਕਸ਼ਨ ਹੋਈ ਹੈ। ਠੀਕ ਹੈ, ਤੇ ਉਹਦੀ ਸਟੱਡੀ ਕਰਾਂਗੇ ਕਿ ਕੈਮੀਕਲ ਰਿਐਕਸ਼ਨ ਕਿਵੇਂ ਹੋ ਰਹੀ ਹੈ, ਤੇ ਉਹਨੂੰ ਆਪਾਂ ਅਗਰ ਇੱਕ ਰੀਪ੍ਰਜੈਂਟ ਕਰਨਾ ਹੈ, ਥਿਓਰੈਟੀਕਲੀ ਆਪਾਂ ਉਹਨੂੰ ਰੀਪ੍ਰਜੈਂਟੇਸ਼ਨ ਕਰਨੀ ਹੈ ਕਿ ਆਪਾਂ ਉਹਨੂੰ ਕਿੱਦਾਂ ਲਿਖ ਸਕਦੇ ਹੋ, ਕਿਵੇਂ ਰਿਐਕਸ਼ਨ ਹੋਈ ਹੋਊਗੀ, ਉਹਨੂੰ ਆਪਾਂ ਬੋਲਦੇ ਨੇ ਇਕੁਏਸ਼ਨ। ਇਕੁਏਸ਼ਨ ਕੀ ਹੁੰਦਾ ਹੈ, ਕੈਮੀਕਲ ਰਿਐਕਸ਼ਨ ਜਿਹੜੀ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਹੈ, ਉਹਨੂੰ ਕਿਵੇਂ ਰੀਪ੍ਰਜੈਂਟ ਕਰਨਾ ਹੈ, ਕਾਪੀ ਦੇ ਵਿੱਚ ਕਿਵੇਂ ਲਿਖਣਾ ਹੈ, ਉਹਨੂੰ ਡਿਟੇਲ ਕਿਵੇਂ ਡਿਸਕਸ ਕਰਨੀ ਹੈ, ਆਪਾਂ ਉਹਨੂੰ ਥਿਓਰੈਟੀਕਲੀ ਕਿਵੇਂ ਐਕਸਪ੍ਰੈਸ ਕਰਨਾ, ਉਹਨੂੰ ਆਪਾਂ ਕਹਿੰਦੇ ਇਕੁਏਸ਼ਨ ਬਣਾ ਕੇ ਕਰਨਾ। ਠੀਕ ਹੈ, ਇਕੁਏਸ਼ਨ 'ਚ ਆਪਾਂ ਕੀ ਕਰਾਂਗੇ, ਉਹਨੂੰ ਥਿਓਰੈਟੀਕਲੀ ਐਕਸਪਲੇਨ ਕਰਾਂਗੇ। ਕੈਮੀਕਲ ਰਿਐਕਸ਼ਨ ਆਪਣੇ ਕੋਲ ਕੀ ਹੁੰਦਾ ਹੈ ਕਿ ਕੋਈ ਰਿਐਕਸ਼ਨ ਆਪਾਂ ਐਕਸਪੈਰੀਮੈਂਟਲੀ ਕਰ ਰਹੇ ਹਾਂ, ਕੋਈ ਐਕਸਪੈਰੀਮੈਂਟ ਅਸੀਂ ਖੁਦ ਪਰਫੋਰਮ ਕਰ ਰਹੇ ਹਾਂ, ਪਰਫੋਰਮ ਕਰਨਾ ਦੈਟ ਇਜ਼ ਰਿਐਕਸ਼ਨ। ਠੀਕ ਹੈ, ਅਗਰ ਉਸੀ ਜੋ ਚੀਜ਼ ਅਸੀਂ ਪਰਫੋਰਮ ਕੀਤੀ ਹੈ ਉਹਨੂੰ ਆਪਾਂ ਇੱਕ ਪ੍ਰੋਪਰ ਡਿਟੇਲ ਦੇ ਵਿੱਚ ਲਿਖਣਾ ਤੇ ਉਹਨੂੰ ਡਿਸਕ੍ਰਾਈਬ ਕਰਨਾ, ਉਹ ਆਪਣੇ ਕੋਲ ਕੀ ਹੋ ਜਾਏਗੀ, ਇਕੁਏਸ਼ਨ। ਕਲੀਅਰ ਹੈ, ਇਹ ਟਰਮ ਤੁਹਾਨੂੰ ਸਮਝ ਆ ਗਈ ਹੋਣੀ ਹੈ। ਕੈਮੀਕਲ ਰਿਐਕਸ਼ਨ ਕੀ ਹੈ, ਇਕੁਏਸ਼ਨ ਕੀ, ਇਹ ਐਕਸਪੈਰੀਮੈਂਟਲੀ ਵੈਰੀਫਿਕੇਸ਼ਨ ਹੈ, ਉਹਦਾ ਥਿਓਰੈਟੀਕਲ ਪਾਰਟ ਆ ਜਾਏਗਾ ਕਿ ਰਿਪ੍ਰਜੈਂਟੇਸ਼ਨ ਤੁਸੀਂ ਉਹਨੂੰ ਕਿਵੇਂ ਕਰੋਗੇ, ਦੈਟ ਇਜ਼ ਇਕੁਏਸ਼ਨ। ਠੀਕ ਹੈ, ਤੇ ਕੈਮਿਸਟਰੀ ਦੇ ਵਿੱਚ ਆਪਾਂ ਕੈਮੀਕਲ ਰਿਐਕਸ਼ਨ ਸਟੱਡੀ ਕਰਨ ਤੋਂ ਪਹਿਲਾਂ ਮੈਂ ਕੁਝ ਪੁਆਇੰਟ ਕੰਸੀਡਰ ਕਰੂੰਗੀ, ਕੁਝ ਐਗਜ਼ਾਮਪਲਸ ਲਾਉਂਗੀ ਜਿਹੜੀ ਆਪਾਂ ਡੇਲੀ ਲਾਈਫ 'ਚ ਲੈਂਦੇ ਹਾਂ। ਐਗਜ਼ਾਮਪਲਸ ਲੈ ਰਹੀ ਹਾਂ ਡੇਲੀ ਲਾਈਫ ਦੀ। ਤੁਸੀਂ ਕਦੀ ਦੇਖਿਆ ਹੋਣਾ ਘਰੇ ਕਿ ਨੋਰਮਲੀ ਆਪਣੇ ਘਰੇ ਮਦਰ ਜਿਹੜੇ ਹੁੰਦੇ ਨੇ ਉਹ ਘਰੇ ਦੁੱਧ ਤੋਂ ਦਹੀਂ ਬਣਾਉਂਦੇ ਨੇ। ਹੁੰਦਾ ਕੀ ਹੈ, ਦੁੱਧ ਲੈਂਦੇ ਨੇ, ਉਹ 'ਚ ਥੋੜਾ ਜਾਗ ਪਾਉਂਦੇ ਨੇ, ਉਹਨੂੰ ਥੋੜਾ ਗਰਮ ਮਤਲਬ ਥੋੜੇ ਗਰਮ ਵਾਲੇ ਏਰੀਆ 'ਚ ਰੱਖਦੇ ਨੇ, ਉਸ ਤੋਂ ਬਾਅਦ ਉਹ ਕੀ ਹੁੰਦਾ ਤਾਂ ਅਗਲੇ ਦਿਨ ਤੱਕ ਦਹੀਂ ਬਣ ਜਾਂਦਾ ਹੈ। ਤੇ ਇਹਦਾ ਮਤਲਬ ਆਪਣੇ ਕੋਲ ਕੀ ਹੈ, ਮਿਲਕ ਤੋਂ ਕੀ ਬਣ ਰਿਹਾ, ਕਰਡ ਬਣ ਰਿਹਾ। ਠੀਕ ਹੈ, ਆਪਣੇ ਕੋਲ ਕੀ ਹੋ ਰਿਹਾ, ਦੁੱਧ ਸੀਗਾ, ਦੁੱਧ ਤੋਂ ਕੀ ਬਣ ਗਿਆ, ਦਹੀਂ ਬਣ ਗਿਆ, ਕਰਡ ਮਤਲਬ ਦਹੀਂ ਬਣ ਗਿਆ। ਠੀਕ ਹੈ, ਤੇ ਮਿਲਕ ਤੋਂ ਕਰਡ ਬਣਨਾ, ਤੁਸੀਂ ਖੁਦ ਸੋਚੋ, ਇੱਕ ਦਿਨ ਪਹਿਲਾਂ ਉਹ ਦੁੱਧ ਸੀਗਾ, ਅਗਲੇ ਦਿਨ ਆਪਾਂ ਉੱਠ ਕੇ ਦੇਖਦੇ ਹਾਂ ਤਾਂ ਉਹ ਦੇਖਦਾ ਦਹੀਂ ਬਣ ਚੁੱਕਾ ਹੁੰਦਾ, ਜੰਮ ਚੁੱਕਾ ਹੁੰਦਾ ਹੈ, ਤੇ ਇਹ 'ਚ ਕੁਛ ਹੋਇਆ ਹੋਊਗਾ। ਠੀਕ ਹੈ, ਇਹਦਾ ਮਤਲਬ ਅੰਦਰ ਕੋਈ ਚੇਂਜਸ ਆਏ ਹੋਣਗੇ, ਉਹ ਚੇਂਜਸ ਤੁਸੀਂ ਆਪਣੀ ਲਾਈਫ ਦੇ ਵਿੱਚ ਡੇਲੀ ਲਾਈਫ 'ਚ ਓਬਜ਼ਰਵ ਕਰਦੇ ਹੋ। ਫਸਟ ਐਗਜ਼ਾਮਪਲ ਮੈਂ ਲਿੱਤੀ ਹੈ ਦੁੱਧ ਤੋਂ ਦਹੀਂ ਬਣਨਾ। ਠੀਕ ਹੈ, ਸੈਕਿੰਡ ਐਗਜ਼ਾਮਪਲ ਆਪਾਂ ਲੈਂਦੇ ਹਾਂ ਰਸਟਿੰਗ ਆਫ ਆਇਰਨ। ਆਇਰਨ ਆਪਣੇ ਕੋਲ ਕੀ ਹੈ, ਲੋਹਾ। ਠੀਕ ਹੈ,
ਲੋਹੇ ਨੂੰ ਜਦੋਂ ਜੰਗ ਲੱਗ ਜਾਂਦਾ, ਰਸਟਿੰਗ ਮਤਲਬ ਉਹਨੂੰ ਜੰਗ ਲੱਗ ਜਾਂਦਾ, ਉਹਨੂੰ ਬੋਲਦੇ ਰਸਟਿੰਗ ਆਫ ਆਇਰਨ। ਨੋਰਮਲੀ ਆਪਾਂ ਕੀ ਦੇਖਦੇ ਹਾਂ ਕਿ ਆਪਣੇ ਘਰੇ ਜਿਹੜੀਆਂ ਪੁਰਾਣੀਆਂ ਲੋਹੇ ਦੀ ਚੀਜ਼ਾਂ ਹੁੰਦੀਆਂ ਨੇ, ਜੇ ਉਹੀ ਆਪਾਂ ਥੋੜੀ ਹਿਊਮਿਡ ਏਰੀਆ ਦੇ ਵਿੱਚ, ਜਿਸ 'ਚ ਮੋਇਸਚਰ ਹੁੰਦਾ, ਥੋੜੀ ਨਮੀ ਹੁੰਦੀ ਹੈ ਹਵਾ ਦੇ ਵਿੱਚ, ਅਗਰ ਉਹਨੂੰ ਆਪਾਂ ਓਪਨ ਏਰੀਆ 'ਚ ਕੋਈ ਵੀ ਲੋਹੇ ਦੀ ਚੀਜ਼ਾਂ ਜਿਹੜੀ ਪਈਆਂ ਹੁੰਦੀਆਂ ਨੇ ਉਹ ਹੌਲੀ ਹੌਲੀ ਖਰਾਬ ਹੋਣੀ ਸ਼ੁਰੂ ਹੋ ਜਾਂਦੀਆਂ ਨੇ, ਉਹਨੂੰ ਜੰਗ ਲੱਗਣਾ ਸ਼ੁਰੂ ਹੋ ਜਾਂਦਾ। ਤੁਸੀਂ ਡੇਲੀ ਲਾਈਫ 'ਚ ਓਬਜ਼ਰਵ ਕੀਤਾ ਹੋਊਗਾ। ਇਹਦਾ ਮਤਲਬ ਇਹ ਵੀ ਇੱਕ ਐਗਜ਼ਾਮਪਲ ਹੈ ਡੇਲੀ ਲਾਈਫ ਦੀ ਕਿ ਲੋਹਾ ਜਿਹੜਾ ਹੈ ਉਹ ਜੰਗਾਲਣਾ ਸ਼ੁਰੂ ਹੋ ਜਾਂਦਾ, ਉਹਦੀ ਰਸਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਵੀ ਆਪਣੇ ਕੋਲ ਕੀ ਹੈ, ਇੱਕ ਐਗਜ਼ਾਮਪਲ ਹੈ ਕਿ ਜਿਹੜੀ ਆਪਾਂ ਡੇਲੀ ਲਾਈਫ 'ਚ ਓਬਜ਼ਰਵ ਕਰਦੇ ਹਾਂ, ਰਸਟਿੰਗ ਆਫ ਆਇਰਨ। ਕਿ ਲੋਹੇ ਦੀ ਅਗਰ ਤੁਸੀਂ ਨੇਲ ਹੀ ਲੈ ਲਓ, ਠੀਕ ਹੈ, ਇੱਕ ਨੇਲ ਲੈ ਲੈਂਦੇ ਹਾਂ, ਲੋਹੇ ਦੀ ਕਿੱਲ ਲੈ ਲੈਂਦੇ ਹਾਂ, ਉਹਨੂੰ ਆਪਾਂ ਦੇਖੀਏ ਕਿ ਓਪਨ ਏਰੀਆ 'ਚ ਰੱਖ ਦਈਏ ਜਿੱਥੇ ਹਿਊਮਿਡ ਥੋੜੀ ਮੋਇਸਚਰ ਵਗੈਰਾ ਹੋਵੇ, ਨਮੀ ਵਗੈਰਾ ਹੋਵੇ, ਤਾਂ ਅਗਲੇ ਮਤਲਬ ਥੋੜੇ ਦਿਨਾਂ ਤੱਕ ਉਦੋਂ ਵੀ ਕੀ ਹੋ ਜਾਏਗੀ, ਰਸਟਿੰਗ ਹੋ ਜਾਏਗੀ। ਇਹ ਪ੍ਰੋਸੈਸ ਥੋੜਾ ਸਲੋ ਪ੍ਰੋਸੈਸ ਹੈ, ਫਾਸਟ ਪ੍ਰੋਸੈਸ ਨਹੀਂ। ਇਹ ਨਹੀਂ ਕਿ ਅੱਜ ਤੁਸੀਂ ਰੱਖਿਆ ਕੱਲ ਜੰਗ ਲੱਗ ਜਾਏਗਾ। ਥੋੜੀ ਸਪੀਡ ਜਿਹੜੀ ਕੀ ਹੁੰਦੀ ਹੈ, ਸਲੋ ਹੁੰਦੀ ਹੈ, ਇਸ ਲਈ ਥੋੜਾ ਟਾਈਮ ਲੈਂਦਾ ਤਾਂ ਆਪਣੇ ਕੋਲ। ਬਟ ਆਪਾਂ ਡੇਲੀ ਲਾਈਫ 'ਚ ਇਹ ਵੀ ਚੀਜ਼ ਜਿਹੜੀ ਓਬਜ਼ਰਵ ਕਰਦੇ ਹਾਂ ਕਿ ਲੋਹੇ ਨੂੰ ਜੰਗ ਲੱਗ ਜਾਣਾ। ਰਸਟ ਮਤਲਬ ਜੰਗ ਲੱਗਣਾ, ਆਇਰਨ ਮਤਲਬ ਲੋਹਾ, ਠੀਕ ਹੈ। ਤੇ ਆਪਣੇ ਕੋਲ ਰਸਟਿੰਗ ਆਫ ਆਇਰਨ ਮਤਲਬ ਕੀ ਹੈ, ਲੋਹੇ ਨੂੰ ਜੰਗ ਲੱਗਣਾ, ਠੀਕ ਹੈ। ਉਸ ਤੋਂ ਬਾਅਦ ਥਰਡ ਪੁਆਇੰਟ ਆਪਾਂ ਕੰਸੀਡਰ ਕਰ ਰਹੇ ਹਾਂ, ਖਾਣਾ ਆਪਾਂ ਡੇਲੀ ਖਾਂਦੇ ਹਾਂ, ਠੀਕ ਹੈ। ਉਹ ਖਾਣਾ ਆਪਾਂ ਜਿਵੇਂ ਆਪਾਂ ਸਵੇਰੇ ਬ੍ਰੇਕਫਾਸਟ ਕੀਤਾ ਤੇ ਦੁਪਹਿਰੇ ਫਿਰ ਆਪਾਂ ਰੋਟੀ ਖਾਣ ਨੂੰ ਲੰਚ ਕਰਨ ਵਾਸਤੇ ਰੈਡੀ ਹੋ ਜਾਂਦੇ ਹਾਂ, ਠੀਕ ਹੈ ਨਾ। ਮਤਲਬ ਬ੍ਰੇਕਫਾਸਟ ਆਪਾਂ ਕੀਤਾ ਸੀ, ਲੰਚ ਵਾਸਤੇ ਫਿਰ ਆਪਾਂ ਰੈਡੀ ਹਾਂ। ਇੰਨੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਅਸੀਂ ਖਾਣਾ ਖਾਦਾ ਸੀ ਉਹ ਕਿੱਥੇ ਗਿਆ? ਜਿਹੜਾ ਆਪਾਂ ਖਾਣਾ ਖਾਦਾ ਸੀ ਉਹ ਕੁਝ ਤਾਂ ਹੋਇਆ ਹੋਊਗਾ, ਦੈਟ ਇਜ਼ ਡਾਈਜੈਸ਼ਨ, ਖਾਣੇ ਦਾ ਡਾਈਜੈਸਟ ਹੋ ਜਾਣਾ। ਇਹਦੇ ਵਿੱਚ ਕੁਝ ਹੋਇਆ ਹੀ ਹੋਊਗਾ। ਪਰ ਖਾਣਾ ਜਿਹੜਾ ਅਸੀਂ ਖਾਦਾ ਸੀ, ਜਿਹੜਾ ਫੂਡ ਆਪਾਂ ਖਾਦਾ ਸੀ, ਉਹਦਾ ਕੁਝ ਹੋਇਆ ਤਾਂ ਹੋ ਗਿਆ ਨਾ, ਦੈਟ ਇਜ਼ ਡਾਈਜੈਸ਼ਨ ਆਫ ਫੂਡ। ਫੂਡ ਦਾ ਡਾਈਜੈਸਟ ਹੋ ਜਾਣਾ, ਪਚ ਜਾਣਾ। ਆਪਾਂ ਕਹਿੰਦੇ ਨਾ ਖਾਣਾ ਪਚ ਗਿਆ ਸਾਡਾ, ਤੇ ਇਹਦਾ ਮਤਲਬ ਕਿ ਜਿਹੜੀ ਰੋਟੀ ਆਪਾਂ ਸਵੇਰੇ ਖਾਧੀ ਸੀ ਉਹ ਡਾਈਜੈਸਟ ਹੋ ਗਈ, ਉਹ ਪਚ ਗਈ ਹੈ, ਤਾਂ ਹੀ ਤਾਂ ਆਪਾਂ ਦੁਪਹਿਰੇ ਦੁਬਾਰਾ ਤੋਂ ਖਾਣ ਲਈ ਰੈਡੀ ਹੋ ਗਏ ਆ, ਠੀਕ ਹੈ। ਤੇ ਉਹ ਫੂਡ ਜਿਹੜਾ ਆਪਾਂ ਰੋਟੀ ਖਾਧੀ ਸੀ ਉਹਦਾ ਕੀ ਹੋਇਆ, ਠੀਕ ਹੈ। ਉਹ ਜਿਹੜੀ ਚੀਜ਼ਾਂ ਹੈਗੀਆਂ ਆਪਾਂ ਨੋਰਮਲੀ ਸੁਣਦੇ ਹੋ, ਤੁਸੀਂ ਛੋਟੇ ਹੁੰਦੇ ਮਤਲਬ ਛੋਟੇ ਹੁੰਦੇ ਤੁਹਾਨੂੰ ਇਹ ਕਹਿੰਦੇ ਰੋਟੀ ਖਾਓਗੇ ਤਾਂ ਵੱਡੇ ਹੋਵੋਗੇ, ਜਿਸ ਰੋਟੀ ਨਹੀਂ ਖਾਵਾਂਗੇ ਤਾਂ ਵੱਡੇ ਨਹੀਂ ਹੋਵਾਂਗੇ। ਜੇ ਰੋਟੀ ਖਾਵਾਂਗੇ ਤਾਂ ਹੀ ਆਪਾਂ ਤਾਕਤਵਰ ਬਣਾਂਗੇ, ਤਾਂ ਹੀ ਅਸੀਂ ਕੰਮ ਕਰਾਂਗੇ, ਤਾਂ ਹੀ ਸਾਡੇ ਅੰਦਰ ਐਨਰਜੀ ਆਏਗੀ ਕੰਮ ਕਰਨ ਵਾਸਤੇ। ਤੇ ਇਹਦਾ ਮਤਲਬ ਆਪਾਂ ਨੂੰ ਇਹ ਨੋਰਮਲੀ ਛੋਟੇ ਹੁੰਦੇ ਸਿਖਾਇਆ ਜਾਂਦਾ ਹੈ, ਬਿਨਾਂ ਫੂਡ ਤੋਂ ਅਸੀਂ ਕੋਈ ਕੰਮ ਨਹੀਂ ਕਰ ਸਕਦੇ। ਤਾਂ ਇਹਦਾ ਮਤਲਬ ਸਾਡੀ ਲਾਈਫ ਦੀ ਨੈਸੈਸਿਟੀ ਕੀ ਹੈ, ਫੂਡ। ਅਸੀਂ ਸਾਰੇ ਕੰਮ ਕਿਉਂ ਕਰਦੇ ਹਾਂ, ਸਾਰੇ ਅਸੀਂ ਕਿਉਂ ਇੰਨਾ ਪੜ੍ਹਦੇ ਹਾਂ, ਕਿਉਂ ਲਿਖਦੇ ਹਾਂ, ਤਾਂ ਕਿ ਸਾਨੂੰ ਆਸਾਨੀ ਨਾਲ ਖਾਣਾ ਮਿਲ ਸਕੇ, ਠੀਕ ਹੈ ਨਾ। ਆਪਾਂ ਫੂਡ ਜਿਹੜਾ ਹੈ ਉਹ ਆਸਾਨੀ ਨਾਲ ਅਵੇਲੇਬਲ ਹੋ ਸਕੇ, ਅੱਛੇ ਤੋਂ ਅੱਛਾ ਫੂਡ ਜਿਹੜਾ ਅਸੀਂ ਖੁਦ ਅਫੋਰਡ ਕਰ ਸਕੀਏ। ਉਹ ਮਤਲਬ ਫੂਡ ਅਫੋਰਡ ਕਰਨ ਦਾ ਮਤਲਬ ਕੀ ਹੈ, ਰਹਿਣ ਵਾਸਤੇ, ਜਿੰਦਾ ਰਹਿਣ ਵਾਸਤੇ। ਕਿ ਜੇ ਆਪਾਂ ਜਿੰਦਾ ਰਹਿਣਾ ਹੈ ਤਾਂ ਸਾਨੂੰ ਫੂਡ ਦੀ ਜ਼ਰੂਰਤ ਹੈ। ਜਿਵੇਂ ਇੱਕ ਗੱਡੀ ਨੂੰ ਚੱਲਣ ਵਾਸਤੇ ਫਿਊਲ ਦੀ, ਮਤਲਬ ਆਪਾਂ ਕਹਿੰਦੇ ਪੈਟਰੋਲ ਦੀ, ਡੀਜ਼ਲ ਦੀ ਜ਼ਰੂਰਤ ਹੁੰਦੀ ਹੈ, ਸਾਡੀ ਬੋਡੀ ਨੂੰ, ਮਸ਼ੀਨ ਨੂੰ ਚੱਲਣ ਵਾਸਤੇ ਫੂਡ ਦੀ ਜ਼ਰੂਰਤ ਹੁੰਦੀ ਹੈ। ਜੇ ਆਪਾਂ ਕਾਰ ਦੀ ਗੱਲ ਕਰਦੇ, ਕਾਰ ਨੂੰ ਚੱਲਣ ਵਾਸਤੇ ਕਿਹਦੀ ਜ਼ਰੂਰਤ ਹੁੰਦੀ ਹੈ, ਪੈਟਰੋਲ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਡੀਜ਼ਲ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਸਾਡੀ ਬੋਡੀ ਦੀ ਮਸ਼ੀਨ ਨੂੰ ਚੱਲਣ ਵਾਸਤੇ ਕਿਹਦੀ ਜ਼ਰੂਰਤ ਹੁੰਦੀ ਹੈ, ਫੂਡ ਦੀ ਜ਼ਰੂਰਤ ਹੁੰਦੀ ਹੈ। ਤੇ ਡਾਈਜੈਸ਼ਨ ਆਫ ਫੂਡ, ਜਿਹੜਾ ਆਪਾਂ ਫੂਡ ਖਾਧਾ ਹੈ ਉਹਦਾ ਹੋਇਆ ਕੀ, ਉਹ ਕਿਹ 'ਚ ਕਨਵਰਟ ਹੋਇਆ, ਉਹ ਕਿਵੇਂ, ਮਤਲਬ ਆਪਾਂ ਇਹ ਕਹਿੰਦੇ ਹਾਂ ਫੂਡ ਨੂੰ ਖਾਣ ਤੋਂ ਬਾਅਦ ਸਾਨੂੰ ਐਨਰਜੀ ਮਿਲਦੀ ਹੈ। ਤਾਂ ਫੂਡ ਖਾਧਾ, ਫੂਡ ਨੇ ਐਨਰਜੀ ਕਿਵੇਂ ਦਿੱਤੀ? ਉਹ ਪਿਆ ਕਿਉਂ ਨਹੀਂ ਐਨਰਜੀ ਦੇ ਦਿੰਦਾ, ਉਹ ਸਾਡੇ ਅੰਦਰ ਜਾਣ ਤੋਂ ਬਾਅਦ ਹੀ ਐਨਰਜੀ ਕਿਉਂ ਦਿੰਦਾ? ਤੇ ਇਹ ਪੁਆਇੰਟ ਜਿਹੜੇ ਆਪਾਂ ਨਾਲ ਕੰਸੀਡਰ ਕਰਦੇ ਹਾਂ। ਤੇ ਥਰਡ ਐਗਜ਼ਾਮਪਲ ਕੀ ਹੈ, ਡਾਈਜੈਸ਼ਨ ਆਫ ਫੂਡ। ਜਿਹੜਾ ਆਪਾਂ ਫੂਡ ਖਾਧਾ ਉਹ ਡਾਈਜੈਸਟ ਹੋ ਜਾਂਦਾ ਹੈ, ਡਾਈਜੈਸਟ ਹੋਣ ਤੋਂ ਬਾਅਦ ਸਾਨੂੰ ਐਨਰਜੀ ਦਿੰਦਾ। ਉਹ ਕਿਵੇਂ ਐਨਰਜੀ ਦਿੰਦਾ, ਉਹ ਵੀ ਆਪਾਂ ਡੇਲੀ ਲਾਈਫ ਦੇ ਵਿੱਚ ਐਗਜ਼ਾਮਪਲ ਆਪਣੇ ਕੋਲ ਡਾਈਜੈਸ਼ਨ ਆਫ ਫੂਡ। ਕਲੀਅਰ ਹੈ। ਫੋਰਥ ਐਗਜ਼ਾਮਪਲ ਆਪਾਂ ਲੈ ਰਹੇ ਹਾਂ, ਫੋਰਥ ਐਗਜ਼ਾਮਪਲ ਆਪਾਂ ਲੈ ਰਹੇ ਕੁਕਿੰਗ ਆਫ ਫੂਡ। ਕਿ ਆਪਾਂ ਖਾਣਾ ਜਿਹੜਾ ਹੈ ਉਹਨੂੰ ਕੁੱਕ ਕਰ ਰਹੇ ਹਾਂ। ਡੇਲੀ ਆਪਾਂ ਦੇਖਦੇ ਹਾਂ ਕਿ ਜਿਹੜੀ ਸਬਜ਼ੀਆਂ ਪਹਿਲਾਂ ਕੱਚੀਆਂ ਹੁੰਦੀਆਂ ਨੇ, ਜਦੋਂ ਆਪਾਂ ਕੁੱਕ ਕਰਦੇ ਨੇ ਪੱਕ ਜਾਂਦੀਆਂ ਨੇ, ਪਹਿਲਾਂ ਉਹ ਹਾਰਡ ਹੁੰਦੀਆਂ ਨੇ, ਬਣਾਉਣ ਤੋਂ ਬਾਅਦ ਸੌਫਟ ਹੋ ਜਾਂਦੀਆਂ ਨੇ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਕੁਕਿੰਗ ਆਫ। ਜਿਹੜਾ ਆਪਾਂ ਫੂਡ ਕੁੱਕ ਕੀਤਾ ਉਹ ਵੀ ਆਪਣੇ ਕੋਲ ਕੀ ਹੈ, ਇੱਕ ਐਗਜ਼ਾਮਪਲ ਹੈ ਡੇਲੀ ਲਾਈਫ 'ਚ। ਤੁਸੀਂ ਦੇਖਦੇ ਹੋ ਕਿ ਜਿਹੜਾ ਖਾਣਾ ਪਹਿਲਾਂ, ਹੁਣ ਇਹ ਵੀ ਇੱਕ ਐਗਜ਼ਾਮਪਲ ਦੇਖਦੇ ਹਾਂ ਕਿ ਜਦੋਂ ਪਹਿਲਾਂ ਖਾਣਾ ਕੁੱਕ ਨਹੀਂ ਕੀਤਾ ਹੁੰਦਾ ਉਹਨੂੰ ਆਪਾਂ ਰੱਖ ਦਿੰਦੇ ਹਾਂ, ਜਦੋਂ ਆਪਾਂ ਖਾਣਾ ਕੁੱਕ ਕਰਤਾ ਉਹਨੂੰ ਆਪਾਂ ਰੱਖ ਲੈਂਦੇ ਹਾਂ। ਤਾਂ ਦੋਨਾਂ 'ਚ ਕਿਹਦੀ ਖੁਸ਼ਬੂ ਪਹਿਲਾਂ ਆਊਗੀ? ਤੁਹਾਨੂੰ ਜਿਹੜਾ ਪੱਕਿਆ ਹੋਇਆ ਖਾਣਾ ਹੋਊਗਾ ਉਹਦੀ ਖੁਸ਼ਬੂ ਆਊਗੀ, ਕਿ ਜਿਹੜਾ ਪੱਕਿਆ ਨਹੀਂ ਹੋਇਆ ਕੱਚਾ ਖਾਣਾ ਉਹਦੀ ਖੁਸ਼ਬੂ ਆਏਗੀ? ਅਫਕੋਰਸ ਜਦੋਂ ਫੂਡ ਜਿਹੜਾ ਕੁੱਕ ਹੋ ਜਾਏਗਾ ਉਸ ਤੋਂ ਬਾਅਦ ਸਾਨੂੰ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਆਪਣੇ ਘਰੇ ਖਾਣਾ ਮਦਰ ਬਣਾ ਰਹੇ ਹੁੰਦੇ, ਅਸੀਂ ਬਾਹਰੋਂ ਦੀ ਆਉਂਦੇ ਹਾਂ, ਸਕੂਲ ਤੋਂ ਆਉਂਦੇ ਹਾਂ, ਤਾਂ ਸਾਨੂੰ ਬਾਹਰੋਂ ਖੁਸ਼ਬੂ ਆਉਣ ਲੱਗ ਜਾਂਦੀ ਹੈ, ਮੰਮੀ ਨੇ ਕੀ ਬਣਾਇਆ ਹੋਊਗਾ। ਇਹਦਾ ਮਤਲਬ ਕਿ ਉਹ ਜਿਹੜਾ ਖਾਣਾ ਪੱਕ ਕੇ ਹੈ, ਠੀਕ ਹੈ, ਉਹਦੀ ਜਿਹੜੀ ਖੁਸ਼ਬੂ ਹੈ, ਉਹਦੇ ਜਿਹੜੇ ਉਹਦੇ ਵਿੱਚ ਕੁਕਿੰਗ ਤੋਂ ਬਾਅਦ ਜਿਹੜੇ ਚੇਂਜਸ ਉਹਦੇ ਅੰਦਰ ਆਏ ਨੇ, ਉਹੀ ਜਿਹੜਾ ਕੁਕਿੰਗ ਜਿਹੜੀ ਹੈ ਉਹ ਵੀ ਕੋਈ ਰਿਐਕਸ਼ਨ ਹੋਈ ਹੈ। ਦੈਟ ਇਜ਼ ਐਗਜ਼ਾਮਪਲ ਆਫ ਡੇਲੀ ਲਾਈਫ, ਠੀਕ ਹੈ। ਵੀ ਪਹਿਲਾਂ ਕੱਚਾ ਖਾਣਾ ਸੀ ਉਹਦੀ ਖੁਸ਼ਬੂ ਨਹੀਂ ਆਈ ਹੋਗੀ, ਪਰ ਜਦੋਂ ਮੰਮਾ ਸਬਜ਼ੀ ਕੱਟ ਰਹੇ ਹੋਣਗੇ ਤਦ ਤਾਂ ਖੁਸ਼ਬੂ ਨਹੀਂ ਆਏਗੀ, ਪਰ ਜਦੋਂ ਬਣ ਜਾਏਗਾ ਉਸ ਤੋਂ ਬਾਅਦ ਸਾਨੂੰ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਜਾਏਗੀ, ਠੀਕ ਹੈ। ਤੇ ਇੱਕ ਆਪਣੇ ਕੋਲ ਜਿਹੜਾ ਕੱਚੇ ਤੋਂ ਖਾਣਾ ਪੱਕਣਾ, ਤਾਂ ਉਹਦੇ ਅੰਦਰ ਕੀ ਚੇਂਜਸ ਆਏ ਆ, ਕੁਝ ਵੀ ਹੈ, ਉਹਨੂੰ ਆਪਾਂ ਕਿਵੇਂ ਐਗਜ਼ਾਮਪਲ ਚਲਾਵਾਂਗੇ, ਦੈਟ ਇਜ਼ ਐਗਜ਼ਾਮਪਲ ਆਫ ਡੇਲੀ ਲਾਈਫ।
ਇਹ ਸਾਰੀਆਂ ਜਿਹੜੇ ਪੁਆਇੰਟਸ ਨੇ ਇਹ ਮੈਂ ਉਹ ਕੰਸੀਡਰ ਕੀਤੇ ਜਿਹੜੇ ਆਪਾਂ ਡੇਲੀ ਲਾਈਫ 'ਚ ਓਬਜ਼ਰਵ ਕਰਦੇ ਹਾਂ, ਠੀਕ ਹੈ। ਤੇ ਜਿਵੇਂ ਆਪਾਂ ਦੇਖਦੇ ਹਾਂ ਕਿ ਦੁੱਧ ਤੋਂ ਦਹੀਂ ਬਣ ਗਿਆ, ਉਹ ਵੀ ਸਾਡੇ ਲਈ ਸਰਪ੍ਰਾਈਜ਼ ਹੈ ਕਿ ਹੋ ਕਿੱਦਾਂ ਗਿਆ। ਰਸਟਿੰਗ ਆਫ ਆਇਰਨ, ਆਪਣੇ को एक दिन पहला तो बिल्कुल सही सीगा, आप बिल्कुल सही आयरन लेके आंदा सीगा, या कुछ भी जो भी आप आर्टिकल लिता होगा आयरन तो बिल्कुल सही सीगा, तो 4-5 दिन बाद खराब हो गया। रीजन की है ਉਹਦਾ डाइजेशन, आप खाना खा रहे हो किवें डाइजेस्ट हो गया, ਜਿਹੜਾ फूड कुक कर रहे हो किवें कुक हो गया। ये सारियां ਜਿਹੜੀ एग्जांपल्स ने ਕਿਹਦੀਆਂ ਨੇ डेली लाइफ ਦੀਆਂ, ठीक है। ਤੇ ਹੁਣ ਇਹਨਾਂ ਸਾਰੀ एग्जांपल्स ਨੂੰ ਅਗਰ ਆਪਾਂ ਦੇਖੀਏ, ਇਹਨਾਂ ਚ ਜਾਂ ਤਾਂ ਆਪਣੇ ਕੋਲ ਕੋਈ ਕੈਮੀਕਲ ਚੇਂਜ ਆਂਦਾ ਹੈ, तो ਛੋਟੇ ਹੁੰਦੇ ਪੜ੍ਹ ਚੁੱਕੇ ਕਲਾਸਿਸ ਦੇ ਵਿੱਚ केमिकल चेंज एंड फिजिकल चेंज बारे। दो चेंजेस होंगे हैं, एक होंगे केमिकल चेंज, एक होंगे अपने को फिजिकल चेंज। केमिकल चेंज वो होंगे है जिहदे विच कुछ अपने को स्टार्टिंग कोई होर चीज़ सी, एंड च कोई चीज़ होर बन रही है, बिल्कुल ही रिजल्ट बिल्कुल चेंज हो चुका है, दैट इज केमिकल चेंज, ठीक है। तो ਉਹਦੇ ਵਿੱਚ ਜਿਹੜੇ ਪਹਿਲਾਂ ਆਪਾਂ ਕੋਈ ਹੋਰ ਚੀਜ਼ ਲਿੱਤੀ ਸੀ, ਜਿਵੇਂ ਮੈਂ ਪਹਿਲਾਂ ਲਿੱਤਾ ਸੀ, ਮੈਂ ਜਨਰਲ ਐਗਜ਼ਾਮਪਲ ਲੈ ਰਹੀ ਹਾਂ ਤੇ ਐਗਜ਼ਾਮਪਲ ਕੈਮੀਕਲ ਚੇਂਜ ਦੀ ਲੈ ਰਹੀ ਹਾਂ। ਜਿਵੇਂ ਮੇਰੇ ਕੋਲ ਪਹਿਲਾਂ ਮੈਂ ਲੋਹਾ ਲਿੱਤਾ ਸੀ, ਠੀਕ ਹੈ, ਪਰ ਜਦੋਂ ਆਪਾਂ ਅਗਲੇ ਦਿਨ ਦੇਖਿਆ ਉਹ ਰਸਟ ਬਣ ਗਿਆ। ਜੇ ਤੁਸੀਂ ਐਗਜ਼ਾਮਪਲ ਇਹ ਨਹੀਂ ਲੈਣੀ, ਆਇਰਨ ਲਿੱਤਾ ਸੀ, मतलब ਫਾਰਮੂਲਾ ਨਹੀਂ ਯਾਦ ਕਰ ਰਹੇ ਤਾਂ ਸਿੰਪਲ ਮੈਂ ਤੁਹਾਨੂੰ ਗੱਲ ਕਰ ਰਹੀ, ਆਇਰਨ Fe ਹੈ, ਰਸਟ ਆਪਣੇ ਕੋਲ Fe2O3 ਦੇ ਨਾਲ ਕੁਝ X ਮੋਲੀਕੂਲ ਵਾਟਰ ਹੋਣਗੇ, ठीक है। तो अपने को पहला की सी लोहा सी कला, अगले दिन कुछ होर ही चीज़ बन रही है, आयरन के नाल ऑक्सीजन भी आ गई, वाटर भी आ गया, मतलब कोई होर ही चीज़ बन रही है, कला आयरन नहीं रहा, हुण उहदे नाल एक्स्ट्रा चीज़ां भी बन रही ने, आयरन दे नाल ऑक्सीजन आ गया, मतलब जिहदी आइडेंटिटी ही लूज हो गई है। पहला लोहा सी, हुण रस्ट बन गया, मतलब बिल्कुल ही आइडेंटिटी लूज हो गई, ठीक है, उसकी पहचान ही लूज हो गई, उन्होंने कहते अपने को केमिकल चेंज आ गया उसके अंदर, ठीक है। एक जिहड़ी चीज़ लीती सी वो तो बिल्कुल नवी और डिफरेंट चीज़ बने, उन्होंने आपां बोलदे केमिकल चेंज, ठीक है। फिजिकल चेंज आपां किहनूं कहंदे आ, जिहदे विच फॉर्मूला देखो, इहदे विच फॉर्मूला ही चेंज हो गया। पहले मैं फॉर्मूला की लिता सी Fe, हुण ओहदा फॉर्मूला की हो चुका है Fe2O3 इंटू X वाटर मॉलिक्यूल। इन्ना फॉर्मूला देख के कंपलैक्स फॉर्मूला देख के कंफ्यूज नहीं होना, मैं जनरल एग्जाम्पल लीती है सिर्फ समझाने वास्ते कि केमिकल चेंज और फिजिकल चेंज है कि केमिकल चेंज मैं आयरन लिता सी, आयरन तो की बन गया Fe2O3 ते X वाटर मॉलिक्यूल, मतलब कुछ होर ही चीज़ बन गई है, ठीक है, बिल्कुल नवी चीज़ बनी है जिहड़ी पहला नहीं सीगी, इहनूं आपां बोलदे केमिकल चेंज। फॉर एग्जाम्पल ले सकते हैं आपां, जिवें मैं वाटर लिता सी, ठीक है, वाटर च मैं इलैक्ट्रिक करंट पास किया, तो उस तो बाद उस चों की बनया हाइड्रोजन ते ऑक्सीजन, ठीक है, मतलब मैं पानी लिता सी, उस इलैक्ट्रिक करंट पास किया तो अपने को हाइड्रोजन और ऑक्सीजन बन गया। हुण देखो लिता की सी मैं वाटर, बन की रहा हाइड्रोजन और ऑक्सीजन। अगर देखोगे ना दोनों की प्रॉपर्टी बिल्कुल अलग अलग है, हाइड्रोजन जी वो भी कंबस्टिबल, ऑक्सीजन कंबशन हेल्प करती है, जबकि वाटर है वो अग बुझाने काम करता है, ठीक है, बिल्कुल ही प्रॉपर्टी चेंज होगी। मैं लिता पानी सीगा, ठीक है, जिहदे मैं इलैक्ट्रिक करंट पास किया या इलैक्ट्रिक फील्ड पास की, ठीक है, जो मैं वाटर च इलैक्ट्रिक करंट पास किया उस हाइड्रोजन भी गैस बन गई, ऑक्सीजन भी गैस बन गई। ये दोनों चीज़ां जड़ियां अग वास्ते काम करदियां ने, मतलब अग नूं लगाण च हेल्प करदियां ने, जबकि वाटर है वो की काम करदा है, अग नूं बुझाउण दा काम करदा है। बिल्कुल ही डिफरेंट जिहड़ी चीज़ है वो बन रही है, इहनूं आपां बोलदे केमिकल चेंज। लिता की सीगा पर बनया की है, डिफरेंट चीज़ बन जानी, कोई नवी चीज़ बन जानी, उहनूं आपां बोलदे केमिकल चेंज। पर अगर मैं एग्जाम्पल लवां एक होर, वाटर मैं लिता से सॉलिड फॉर्म, मतलब आइस लिती सी, बर्फ लिती सी, उन्होंने थोड़ा हीट किया मैं, दिस इज सिंबल ऑफ हीट, डेल्टा जो सिंबल ऑफ किनू रिप्रजेंट कर, किसी चीज़ को गर्म कर रहे हो, हीट दे रहे हो, ठीक है, डेल्टा का सिंबल है ये रिप्रजेंट करता जो किसी चीज़ को गर्म करते हो, ठीक है। आप वैसे जो केमिकल इक्वेशनस लिखांगे उत्थे मैं तुहानूं सारे सिंबल दसूँगी कि ਇਹਦਾ मतलब की है, या कोई होर सिंबल पाया होंदा मतलब कि आप सारे डिस्कस करांगे। हाले मैं जनरल सिर्फ तुहानूं एग्जाम्पल्स दे रही हाँ कि केमिकल रिएक्शनस की होंदियां ने, केमिकल रिएक्शन के अंदर केमिकल चेंज की होंदा है या फिर फिजिकल चेंज की होंदा है। ये दो टर्म्स जी मैं तुहानूं डिस्टिंग्विश करवा रही हाँ। वैसे तुसीं 9th क्लास दे विच प्रॉपर किया होना केमिकल चेंज और फिजिकल चेंज बारे, बट आप थोड़ा जिहा समराइज कर रहे हैं, ठीक है। तो वाटर जिहड़ा है वो मिलके हाइड्रोजन और ऑक्सीजन बना रहे हैं जो आप करंट पास किया, एक आह रिएक्शन है। एक मैं वाटर सॉलिड फॉर्म च लिता सी, मतलब आइस लिती सी, उन्होंने हीट किया, की करांगे गर्म करने तो बाद जब बर्फ नूं गर्म करते हैं तो की हुंदा है, पानी बन जाता है, की बन जाता है, पानी। कभी आप बर्फ लेने
बर्फ ਨੂੰ थोड़ा रूम टैंपरेचर रख दो, थोड़ी देर बाद की कन्वर्ट हो जाती है, पानी च कन्वर्ट हो जाती है, मतलब वाटर च कन्वर्ट हो जाती है। तो एक आप यह एग्जाम्पल लीती है, दो एग्जाम्पल्स लीतियां ने, आइस टू वाटर कन्वर्ट होना, दूजी एग्जाम्पल मैं लीती है जो वाटर है वो किच कन्वर्ट हो जाए हाइड्रोजन और ऑक्सीजन च। अगर आप इन्होंने दोनों को देखिए, ध्यान नाल देखो, दो रिएक्शंस लीतियां ने, इस देखो इस की सीगा, वाटर ने एक नवी चीज़ बनाई H2 ते O2। पहले केस च वाटर ने एक नवी चीज़ बनाई, ਇਹਦੇ ਨਾਲੋਂ ਇਹ ਦੋਨੋਂ ਕੀ ਨੇ, ਬਿਲਕੁਲ ਹੀ ਡਿਫਰੈਂਟ ਨੇ। ਠੀਕ ਹੈ, ਹੁਣ ਦੂਜੀ ਐਗਜ਼ਾਮਪਲ ਦੇਖੋ, ਵਾਟਰ ਮੈਂ ਇਨ ਦਾ ਫਾਰਮ ਆਫ ਆਈਸ ਦਿੱਤੀ ਸੀ, ਹੈਗੀ ਸੀ H2O ਹੀ ਸੀ, ਵਾਟਰ ਹੀ ਸੀਗਾ। ਠੀਕ ਹੈ, ਉਹਨੂੰ ਹੀਟ ਕੀਤਾ ਤਦ ਵੀ ਮੇਰੇ ਕੋਲ H2O ਹੀ ਬਣ ਰਿਹਾ ਹੈ, ਦੈਟ ਇਜ਼ ਬਸ ਸਟੇਟ ਚੇਂਜ ਹੋ ਗਈ। ਪਹਿਲਾਂ ਮੈਂ ਉਹਨੂੰ ਕਿਸ ਫਾਰਮ 'ਚ ਲਿੱਤਾ ਸੀ, ਹਾਂਜੀ ਮੈਂ ਵਾਟਰ ਦੇ ਨਾਲ ਬ੍ਰੈਕਟ 'ਚ S ਲਿਖਿਆ ਹੈ, ਇੱਥੇ ਮੈਂ ਵਾਟਰ ਨਾਲ ਬ੍ਰੈਕਟ 'ਚ L ਲਿਖਿਆ। ਇਹ S ਔਰ L ਦਾ ਮਤਲਬ ਕੀ ਹੈ, पहला ये मतलब टर्म्स भी पता होना चाहिए, एस का मतलब की है और ये एल का मतलब की है। एस का मतलब है कि मैं बर्फ लीती है, बर्फ की होंगी हार्ड होंगी है ना, ये मतलब किस फॉर्म च है, सॉलिड दी फॉर्म दे विच है। जो चीज़ हार्ड होंगी आप किस फॉर्म च लेंगे, सॉलिड। जिवें मेरे को हार्ड चौक है, ये हार्ड है, ठीक है, ये मतलब किस फॉर्म च है, सॉलिड दी फॉर्म दे विच है। तो मैं वाटर जो लिता है वो सॉलिड दी फॉर्म च लिता है, आइस जिन्हों आप बोलते हैं, तो अपने को की है वो सॉलिड ਨੂੰ ਆਪਾਂ ਕਿਵੇਂ रिप्रेजेंट करेंगे, सिंबल की होएगा S, सॉलिड सिंबल की होएगा S, तो मैं सॉलिड सिंबल की बनाता S। सिमिलरली मैं वाटर लेता, वो केड़ी फॉर्म च लेता है L, L का मतलब कि लिक्विड। पानी लेने आ, पानी बोतल च पाने, उन्हें शेक करके देखो पार्टिकल्स वो मूव, मतलब पानी इधर उधर जा रहे हैं, मूव कर रहे हैं, ਇਹਦਾ मतलब वो जो पानी की स्टेट है या दूध की स्टेट है वो केड़ी स्टेट होंगी है, लिक्विड स्टेट। वो केड़ी स्टेट होंगी है, लिक्विड स्टेट। ਜਿਹੜੀ ਆਪਣੇ ਕੋਲ ਜਿਹਨੂੰ ਆਪਾਂ ਤੁਸੀਂ ਪੜ੍ਹਦੇ ਤਰਲ ਪਦਾਰਥ, ਉਹਦਾ ਮਤਲਬ ਕੀ ਹੈ, ਬਿਲਕੁਲ ਲਿਕੁਇਡ ਸਟੇਟ। ਠੀਕ ਹੈ, ਸੋਲਿਡ ਜਿਹੜੀ ਹਾਰਡ ਹੁੰਦੀ ਹੈ। ਠੀਕ ਹੈ, ਤੇ ਲਿਕੁਇਡ ਜਿਹੜਾ ਉਹ ਲਿਕੁਇਡ ਫਾਰਮ 'ਚ ਮੈਂ ਵਾਟਰ ਨੂੰ ਇੱਕ ਲਿੱਤਾ, ਪਹਿਲਾਂ ਸੋਲਿਡ ਫਾਰਮ 'ਚ ਸੀ, ਹੁਣ ਉਹ ਲਿਕੁਇਡ ਫਾਰਮ 'ਚ ਕਨਵਰਟ ਹੋ ਗਿਆ। ਕਲੀਅਰ ਹੈ, ਤੇ ਇਹਦਾ ਮਤਲਬ ਦੇਖੋ, ਪਰ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਧਿਆਨ ਨਾਲ ਦੇਖੋ, ਇੱਥੇ ਵੀ H2O ਸੀ, ਇੱਥੇ ਵੀ ਕੀ ਹੈ H2O। अगर आप बर्फ ਨੂੰ ਲੈਂਦੇ ਆ, बर्फ ਨੂੰ रूम ਟੈਂਪਰੇਚਰ ਰੱਖਾਂਗੇ ਉਹ ਤਾਂ ਵੀ H2O ਹੀ ਰਹੂਗਾ, और ਫਾਰਮੂਲਾ ਜਿਹੜਾ ਉਹ ਸੇਮ ਹੀ ਰਹੂਗਾ, ਫਾਰਮੂਲਾ ਚੇਂਜ ਨਹੀਂ ਹੋਇਆ। ਉਹ ਪਹਿਲਾਂ ਵੀ H2O ਸੀ, ਹੁਣ ਵੀ H2O। ਮੈਂ ਸਿਰਫ ਉਹਨੂੰ ਕੀ ਕੀਤਾ ਸੀ, ਥੋੜਾ ਹਲਕਾ ਜਿਹਾ ਗਰਮ ਕੀਤਾ, ਜਿਹਨੂੰ ਆਪਾਂ ਕਹਿੰਦੇ ਮੈਲਟਿੰਗ ਕੀਤੀ, ਪਿਘਲਾਣਾ। ਤੁਸੀਂ ਬਰਫ ਨੂੰ ਪਿਘਲਾਉਂਦੇ ਹੋ ਨਾ, ਪਿਘਲਾਉਣ ਨੂੰ ਆਪਾਂ ਕੀ ਬੋਲਦੇ, ਮੈਲਟਿੰਗ ਕਰਨੀ। ਟਰਮਸ ਦੇਖ ਲਓ ਧਿਆਨ ਨਾਲ, ਮੈਲਟਿੰਗ ਦਾ ਮਤਲਬ ਹੁੰਦਾ ਪਿਘਲਣਾ, ਮੈਲਟਿੰਗ ਦਾ ਮਤਲਬ ਕੀ ਹੁੰਦਾ, ਪਿਘਲਣਾ। ਤੁਸੀਂ ਆਪਣੀ ਨੋਟਬੁੱਕ ਦੇ ਵਿੱਚ, जो तुम नोटबुक च आप जो आप लैक्चर्स कर रहे होंगे, तो एक नोटबुक नाल रखा करो, एक पेन रखा करो, क्योंकि जिहड़ियां टर्म्स मैं नाल नाल दस दी नोट करते रहा करो। लाइक मैं मैल्टिंग दी है टर्म दसी तुहानूं, तुसीं एक साइड ते मैल्टिंग लिख सकते हो, ठीक है, तो दूजी साइड तुसीं उहदा हिंदी च मीनिंग लिख सकते हो कि इहदा मतलब की है। ठीक है, एक साइड ते जो मैल्टिंग का मतलब दस्सिया मैं पिघलना, तो जिन्होंने नहीं पता तो एक साइड ते मैल्टिंग लिख के, मतलब जिहड़ियां टर्म्स का नाम मैं चेंज करके दस रही हाँ, हिंदी या पंजाबी च किहड़े भी मीडियम च दस रही हाँ, तो उन्होंने आप की करना है, मैल्टिंग का मतलब जोड़ा भी आप उस साइड पर लिख लेना है। ठीक है, या अपनी बुक जो तुहाडी बुक्स है तो बुक्स उत्ते पेंसिल तुसीं लिख सकते हो कि मैल्टिंग का मतलब की होंदा है। सिमिलरली हुण मैं दस्सिया डेल्टा का सिंबल की है, हीट मीनस गर्म करना, डेल्टा का सिंबल की है हीट। तो यह चीज़ां तुसीं नाल दी नाल नोटबुक ते नोट कर सकते हो कि मैल्टिंग का मतलब की है, डेल्टा का मतलब की है। इलैक्ट्रिक करंट पास किया, इलैक्ट्रिक करंट होंगे जिवें आप करंट पास करते हैं, ठीक है ना, इलैक्ट्रिसिटी पास करते हैं, तो इलैक्ट्रिक करंट पास किया वो तुहानूं मीनिंग पता है। हुण जिवें मैं एस का मतलब दस्सिया, ब्रैकेट च लिखे हुए एस का मतलब की है, सॉलिड। सॉलिड मतलब की होंदा जिहड़ी चीज़ हार्ड होंदी है, ठीक है। इदां मैं तुहानूं दस्सिया एल, एल का मतलब की लिक्विड, लिक्विड का मतलब कि तरल पदार्थ कोई भी हो सकता है, ठीक है। इसी तरह जी फॉर गैस हो सकता है, ठीक है। ये जो नाल दी नाल जिवें वर्ड मीनिंग करते हो तुसीं नाल दी नाल नोट कर सकते हो, ताकि तुहानूं अगे जिन्नियां भी प्रैक्टिस करोगे तो तुहानूं होर ज़्यादा सिंपलीफाई हो जू, ईजी हो जाएगा, याद करना स्टडी करना ईजी हो जाएगा। हुण आपां जिहड़ा देख रहे हैं कि इस रिएक्शन दे विच बिल्कुल नवी चीज़ बनी सी, इस रिएक्शन च कोई नवी चीज़ नहीं बनी, वो भी H2O सी, वो भी H2O है। इहनूं आपां बोलदे हां दिस इज फिजिकल चेंज, मतलब ਉਹਦੇ ਫਾਰਮੂਲੇ ਨੂੰ कोई फर्क नहीं पिया, पहला भी वो H2O सी, बाद भी वो H2O है, ठीक है। बर्फ ਨੂੰ ਤੁਸੀਂ ਤਾਂ ਵੀ ਪਾਣੀ ਪੀਣਾ ਹੈ, ਜੇ ਆਪਾਂ ਲਿਕੁਇਡ ਲੈ ਕੇ ਪਾਣੀ ਨੂੰ ਬਰਫ ਨੂੰ ਪਿਘਲਾ ਕੇ ਪੀਂਦੇ ਤਾਂ ਵੀ ਉਹ ਪਾਣੀ ਹੈ। ਮਤਲਬ ਕੀ ਹੈ, ਉਹਦਾ ਜਿਹੜਾ ਕੈਮੀਕਲ ਫਾਰਮੂਲਾ ਹੈ, ਜਿਹੜਾ ਉਹਦਾ ਫਾਰਮੂਲਾ ਰਿਪਰੈਜ਼ੈਂਟ, ਪਾਣੀ ਨੂੰ ਆਪਾਂ H2 ਨੂੰ ਰਿਪਰੈਜ਼ੈਂਟ ਕਰਦੇ ਹਾਂ, ਜਿਹੜਾ ਫਾਰਮੂਲਾ ਹੈ ਉਹ ਕੀ ਰਹਿ ਰਿਹਾ, ਸੇਮ ਰਹਿ ਰਿਹਾ। ਕੀ ਰਹਿ ਰਿਹਾ, ਸੇਮ ਰਹਿ ਰਿਹਾ। ਇਹਨੂੰ ਕਹਿੰਦੇ ਫਿਜ਼ੀਕਲ ਚੇਂਜ ਆਣਾ, ਇਹਨੂੰ ਆਪਾਂ ਕੀ ਬੋਲਦੇ ਹਾਂ, ਫਿਜ਼ੀਕਲ ਚੇਂਜ, ਜਿਹਦੇ ਵਿੱਚ ਆਪਣੇ ਕੋਲ ਨਵੀਂ ਚੀਜ਼ ਬਣ ਨਹੀਂ ਰਹੀ,
ਨਵੀਂ ਚੀਜ਼ ਤਾਂ ਨਹੀਂ ਬਣੀ, ਇਹ ਵੀ H2O ਸੀ, ਉਹ ਵੀ H2O ਸੀ, ਸਿਰਫ ਆਪਾਂ ਉਹਦੀ ਸਟੇਟ ਚੇਂਜ ਕੀਤੀ। ਮੈਂ ਸੋਲਿਡ ਤੋਂ ਕਿਚ ਕਨਵਰਟ ਕਰਤਾ, ਲਿਕੁਇਡ 'ਚ ਕਨਵਰਟ ਕਰਤਾ। ਤੇ ਆਪਣੇ ਕੋਲ ਕੀ ਹੈ, ਦਿਸ ਇਜ਼ ਫਿਜ਼ੀਕਲ ਚੇਂਜ। ਤੇ ਉੱਪਰ ਵਾਲਾ ਜਿਹੜਾ ਮੈਂ ਤੁਹਾਨੂੰ ਕਰਵਾਇਆ ਦੈਟ ਇਜ਼ ਕੈਮੀਕਲ ਚੇਂਜ, ਕਿਉਂਕਿ ਇਹ 'ਚ ਕੀ ਹੈ, ਨਵੀਂ ਚੀਜ਼ ਬਣੀ ਹੈ। ਮੈਂ H2O ਨੂੰ ਲਿੱਤਾ, ਉਹ 'ਚ ਕਰੰਟ ਪਾਸ ਕੀਤਾ, ਉਹ 'ਚ ਕੀ ਬਣ ਗਈ, ਹਾਈਡਰੋਜਨ ਤੇ ਆਕਸੀਜਨ। ਇਸ ਤਰ੍ਹਾਂ ਕੋਈ ਨਵੀਂ ਚੀਜ਼ ਬਣੀ, ਆਪਾਂ ਉਹਨੂੰ ਕੀ ਬੋਲਦੇ, ਕੈਮੀਕਲ ਚੇਂਜ। ਤੇ ਆਪਾਂ ਹੁਣ ਕੀ ਡਿਸਕਸ ਕੀਤਾ ਹੈ, ਕੈਮੀਕਲ ਚੇਂਜ ਕੀ ਹੈ, ਫਿਜ਼ੀਕਲ ਚੇਂਜ ਕੀ ਹੈ। ਜਦੋਂ ਕੋਈ ਪੁਰਾਣੀ ਚੀਜ਼ ਤੋਂ ਨਵੀਂ ਚੀਜ਼ ਬਣਦੀ ਹੈ, ਉसी ਚੀਜ਼ ਤੋਂ ਨਵੀਂ ਚੀਜ਼ ਬਣ ਜਾਏ, ਉਹਨੂੰ ਬੋਲਦੇ ਆ ਕੈਮੀਕਲ ਚੇਂਜ। ਜੇ ਆਪਾਂ ਕਹਿੰਦੇ ਆ ਫਾਰਮੂਲਾ ਸੇਮ ਰਹਿੰਦਾ ਹੈ, ਜਸਟ ਉਹਦੀ ਸਟੇਟ ਚੇਂਜ ਹੋਈ ਹੈ। ਸਟੇਟ ਮਤਲਬ ਪਹਿਲਾਂ ਉਹ ਸੋਲਿਡ ਫਾਰਮ ਸੀਗਾ ਤੇ ਹੁਣ ਉਹ ਕਿਚ ਕਨਵਰਟ ਹੋ ਗਿਆ, ਲਿਕੁਇਡ ਫਾਰਮ 'ਚ ਕਨਵਰਟ ਹੋ ਗਿਆ। ਅਗਰ ਉਹ ਸਟੇਟ ਚੇਂਜ ਹੋ ਰਹੀ ਹੈ ਬਟ ਉਹਦਾ ਫਾਰਮੂਲਾ ਚੇਂਜ ਨਹੀਂ ਹੋ ਰਿਹਾ, ਵੈਰੀ ਵੈਰੀ ਇੰਪੋਰਟੈਂਟ ਟੌਪਿਕ, ਪੁਆਇੰਟ ਕੀ ਹੈ ਨੋਟ ਕਰਨ ਵਾਲਾ, ਇਹ 'ਚ ਫਾਰਮੂਲਾ ਚੇਂਜ ਨਹੀਂ ਹੋਇਆ, ਉਹਦੀ ਆਇਡੈਂਟੀਟੀ ਲੂਜ਼ ਨਹੀਂ ਹੋਈ। ਉਹ ਪਹਿਲਾਂ ਵੀ H2O ਸੀ, ਉਹ ਹੁਣ ਵੀ H2O ਹੈ, ਠੀਕ ਹੈ, ਮਤਲਬ ਉਹਦੀ ਆਇਡੈਂਟੀਟੀ ਲੂਜ਼ ਨਹੀਂ ਹੋਈ। ਇਹ 'ਚੋਂ ਪਹਿਲਾਂ ਕੀ ਸੀ, H2O ਸੀ, ਹੁਣ ਕੀ ਬਣ ਚੁੱਕਾ, ਹਾਈਡਰੋਜਨ ਤੇ ਆਕਸੀਜਨ, ਇੱਕ ਅਲੱਗ ਚੀਜ਼ ਬਣ ਚੁੱਕਾ ਹੈ, ਠੀਕ ਹੈ। ਤੇ ਇਹਦੇ ਵਿੱਚ ਆਇਡੈਂਟੀਟੀ ਲੂਜ਼ ਹੋ ਜਾਂਦੀ ਕੈਮੀਕਲ ਚੇਂਜ, ਪਰ ਫਿਜ਼ੀਕਲ ਚੇਂਜ ਇਹਦੇ ਵਿੱਚ ਆਇਡੈਂਟੀਟੀ ਜਿਹੜੀ ਹੈ ਉਹ ਲੂਜ਼ ਨਹੀਂ ਹੋਏਗੀ, ਉਹ ਕੀ ਰਹੇਗੀ, ਸੇਮ ਰਹੇਗੀ। ਦੈਟ ਮੀਨ ਸੇਮ, ਠੀਕ ਹੈ। ਸਮਝ ਆਇਆ ਕੈਮੀਕਲ ਚੇਂਜ ਔਰ ਫਿਜ਼ੀਕਲ ਚੇਂਜ ਕੀ ਡਿਫਰੈਂਸ ਹੈ। ਤੇ ਪੁਆਇੰਟ ਨੋਟ ਕਰ ਲਿਓ, ਕਿਉਂਕਿ ਕੈਮੀਕਲ ਰਿਐਕਸ਼ਨ ਜਦੋਂ ਕਰਨੀ ਉਹਦੇ ਵਿੱਚ ਆਹੀ ਦੋ ਪੁਆਇੰਟਸ ਮੇਨ ਹੈ, ਕੈਮੀਕਲ ਚੇਂਜ ਔਰ ਫਿਜ਼ੀਕਲ ਚੇਂਜ। ਹੁਣ ਆਪਾਂ ਇੱਕ ਐਕਟੀਵਿਟੀ ਪਰਫਾਰਮ ਕਰਾਂਗੇ, ਐਕਟੀਵਿਟੀ 1। ਐਕਟੀਵਿਟੀ ਫਰਸਟ ਜਿਹੜੀ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਕੀ ਕਰਨਾ ਹੈ, ਇੱਕ ਮੈਗਨੀਸ਼ੀਅਮ ਰੀਬਨ ਲੈਣਾ ਹੈ। ਕਿਹੜਾ ਰੀਬਨ ਲੈਣਾ ਹੈ, ਮੈਗਨੀਸ਼ੀਅਮ ਰੀਬਨ। ਠੀਕ ਹੈ, ਇੱਕ ਆਪਣੇ ਕੋਲ ਲੈਬ ਦੇ ਵਿੱਚ ਇਹ ਐਕਟੀਵਿਟੀ ਪਰਫਾਰਮ ਕਰਵਾ ਸਕਦੇ ਆ, ਠੀਕ ਹੈ। ਪਰਫਾਰਮੈਂਸ ਅਗਰ ਕਰਨੀ ਹੈ, ਇੱਕ ਮੈਗਨੀਸ਼ੀਅਮ ਰੀਬਨ ਲੈ ਲਓ, ਠੀਕ ਹੈ। ਜੋ ਰੀਬਨ ਲੈਂਦੇ ਉਹਨੂੰ ਥੋੜਾ ਜਿਹਾ ਸੈਂਡ ਪੇਪਰ ਨਾਲ ਰਬ ਕਰ ਲਓ, ਠੀਕ ਹੈ, ਰਬ ਵਿਦ ਸੈਂਡ ਪੇਪਰ, ਤਾਂ ਕਿ ਅਗਰ ਉੱਤੇ ਕੋਈ ਪਾਰਟੀਕਲਸ ਐਕਸਟਰਾ ਲੱਗੇ ਹੋਏ ਨੇ ਉਹ ਰਿਮੂਵ ਹੋ ਜਾਣ। ਇਸ ਲਈ ਆਪਾਂ ਸੈਂਡ ਪੇਪਰ ਨਾਲ ਥੋੜਾ ਰਬ ਕਰ ਦਿੰਦੇ, ਜਿਵੇਂ ਆਪਾਂ ਕਲੀਨਜ਼ਿੰਗ ਕਹਿੰਦੇ ਨਾ, ਸਾਫ਼ ਕਰਨਾ ਕਿਸ ਚੀਜ਼ ਨੂੰ। ਤਾਂ ਆਪਣੇ ਕੋਲ ਕੀ ਹੈ, ਇੱਕ ਮੈਗਨੀਸ਼ੀਅਮ ਰੀਬਨ ਲਿੱਤਾ, ਉਹਨੂੰ ਰਬ ਕਰਨਾ ਸੈਂਡ ਪੇਪਰ ਨਾਲ। ਉਹ ਕਿਉਂ ਕੀਤਾ ਜਾਂਦਾ, ਕਿ ਉੱਤੇ ਕੋਈ ਐਕਸਟਰਾ ਪਾਰਟੀਕਲਸ ਲੱਗੇ ਹੋਏ ਨੇ ਤਾਂ ਉਹ ਰਿਮੂਵ ਹੋ ਜਾਣ, ਠੀਕ ਹੈ। ਆਪਾਂ ਕੀ ਕੀਤਾ, ਸੈਂਡ ਪੇਪਰ ਨਾਲ ਉਹਨੂੰ ਰਬ ਕਰਤਾ, ਜਿਵੇਂ ਆਪਾਂ ਸਫਾਈ ਕਰਦੇ ਹਾਂ। ਤਾਂ ਮੈਗਨੀਸ਼ੀਅਮ ਰੀਬਨ ਲੈ ਕੇ ਉਹਨੂੰ ਸਾਫ਼ ਕਰ ਲਿਆ, ਠੀਕ ਹੈ। ਹੁਣ ਜੋ ਮੈਗਨੀਸ਼ੀਅਮ ਰੀਬਨ ਨੂੰ ਤੁਸੀਂ ਸੈਂਡ ਪੇਪਰ ਨਾਲ ਸਾਫ਼ ਕਰ ਲਿਆ, ਤਾਂ ਉਸ ਮੈਗਨੀਸ਼ੀਅਮ ਰੀਬਨ ਨੂੰ ਤੁਸੀਂ ਬਰਨ ਕਰਨਾ ਹੈ। ਜਿਹੜਾ ਮੈਗਨੀਸ਼ੀਅਮ ਰੀਬਨ ਲਿੱਤਾ ਸੀ, ਉਹਨੂੰ ਤੁਸੀਂ ਕੀ ਕਰਨਾ ਹੈ, ਬਰਨ ਕਰਨਾ ਹੈ, ਜਲਾਣਾ ਹੈ, ਠੀਕ ਹੈ। जो मैग्नीशियम रिबन ਨੂੰ ਤੁਸੀਂ ਬਰਨ ਕਰੋਗੇ, ਜਲਾਓਗੇ, ਤਾਂ ਤੁਹਾਡੇ ਕੋਲ ਡੈਜ਼ਲਿੰਗ ਸਾਊਂਡ, ਡੈਜ਼ਲਿੰਗ ਵਾਈਟ ਲਾਈਟ ਜਿਹੜੀ ਪ੍ਰੋਡਿਊਸ ਹੋਏਗੀ, ਜਿਹਨਾਂ ਨਾਲ ਦੀ ਨਾਲ ਆਪਣੇ ਕੋਲ ਕੀ ਰਿਫਲੈਕਟ ਹੁੰਦਾ ਰਹੇਗਾ, ਵਾਈਟ ਪਾਊਡਰ। ਤੁਸੀਂ ਮੈਗਨੀਸ਼ੀਅਮ ਰਿਬਨ ਨੂੰ ਬਰਨ ਕਰਦੇ ਹੋ ਨਾ, ਇੱਕ ਵਾਈਟ ਪਾਊਡਰ ਕਲੈਕਟ ਹੁੰਦਾ ਹੈ, ਠੀਕ ਹੈ। ਤੇ ਹੁਣ ਆਪਣੇ ਕੋਲ ਕੀ ਸੀ, ਮੈਗਨੀਸ਼ੀਅਮ ਰਿਬਨ, ਪਰ ਜਦ ਮੈਂ ਬਰਨ ਕੀਤਾ ਉਹ 'ਚ ਵਾਈਟ ਪਾਊਡਰ ਨਿਕਲਿਆ। तो वाइट पाउडर की कंपोजिशन है, कंपोजिशन की गल कर रही हूँ मैं, टर्म यूज की कंपोजिशन, क्योंकि जी टर्म मैं यूज कर रही तुहानू पता होना चाहिए कंपोजिशन का मतलब की है। कंपोजिशन जो टर्म यूज कर रही है कि वाइट पाउडर जो काहदा बनया होया, कंपोजिशन मतलब किस चीज़ वो बनया होया, किस चीज़ का कंपोज होया है। कंपोजिशन मतलब किस चीज़ का वो बनया होया, किहड़े पार्टिकल्स का बनया होया, किहड़े एलीमेंट्स का बनया होया, ओहदी की हो जाएगी कंपोजिशन, ठीक है। पहला की सी, कल्ला मैग्नीशियम रिबन सी, मैग्नीशियम रिबन बोले तो मतलब कल्ला मैग्नीशियम ही सीगा और कोई एक्स्ट्रा चीज़ नहीं सी। तो मतलब मैग्नीशियम रिबन च कल्ला की सी, कल्ला मैग्नीशियम। बच्चे जो मैं तुहानू टॉपिक करवा रही हाँ, नाल मैं कुछ चीज़ां सिंबल दस रही, जिवें मैग्नीशियम का सिंबल Mg हुंदा, ठीक है। तुहानू ये सारे सिंबल्स पता होने चाहिए। जिवें आपां कहंदे आ हाइड्रोजन का सिंबल, हाइड्रोजन का सिंबल H हुंदा, ठीक है। सोडियम का सिंबल Na हुंदा, Na हुंदा। क्लोरीन का सिंबल Cl हुंदा, ठीक है। पोटाशियम का सिंबल, तो सारे सिंबल्स तुहानू पता होने चाहिए ने कि हुंदा। इसी तरह मैं तुहानू दस्सिया मैग्नीशियम का सिंबल Mg हुंदा, ठीक है। मैग्नीशियम का सिंबल की होंदा है Mg। तो यह सिंबल सानू पता होने चाहिए ने। बाकी आप नाल दी नाल मैं तुहानू सारे सिंबल दसदी रहूँगी, जिवें आयरन का सिंबल दस्सिया सीगा Fe, ठीक है। नाल दी नाल सिंबल दसदी रहूँगी।
सो अपनी नोटबुक ਦੇ ਵਿੱਚ ਚਾਹੇ ਤੁਸੀਂ ਲਾਸਟ ਵਾਲੇ ਪੇਜ ਲੈ ਲਓ, ਚਾਹੇ ਤੁਸੀਂ ਬਿਲਕੁਲ ਹੀ ਐਕਸਟ੍ਰੀਮ ਫਰਸਟ ਪੇਜ ਲੈ ਲਓ, ਸਟਾਰਟਿੰਗ ਤੋਂ ਜਿੱਥੇ ਹੁੰਦੇ ਆ ਉੱਥੇ ਇੱਕ ਸਾਈਡ ਤੇ ਤੁਸੀਂ ਆ ਨਾਲ ਦੀ ਨਾਲ ਸਿੰਬਲ ਲਿਖਦੇ ਜਾਓ ਕਿ ਹਾਈਡਰੋਜਨ ਦਾ ਸਿੰਬਲ H ਹੁੰਦਾ ਹੈ, ਸੋਡੀਅਮ ਦਾ ਸਿੰਬਲ Na ਹੁੰਦਾ ਹੈ, ਕਲੋਰੀਨ ਦਾ ਸਿੰਬਲ Cl ਹੁੰਦਾ ਹੈ, ਕਿਉਂਕਿ ਬਾਰ-ਬਾਰ ਯੂਜ਼ ਹੋਣ ਵਾਲੇ ਟਰਮਸ ਨੇ। ਪੋਟਾਸ਼ੀਅਮ ਸਿੰਬਲ K ਹੁੰਦਾ ਹੈ, ਮੈਗਨੀਸ਼ੀਅਮ ਦਾ ਸਿੰਬਲ Mg ਹੁੰਦਾ ਹੈ, ਆਇਰਨ ਦਾ ਸਿੰਬਲ Fe ਹੁੰਦਾ ਹੈ, ਤੇ ਬਾਰ-ਬਾਰ ਯੂਜ਼ ਹੋਣ ਵਾਲੇ ਟਰਮਸ ਨੇ। ਤੇ ਇਹ ਸਾਰੇ ਸਿੰਬਲਸ ਆਪਣੀ ਬੁੱਕ ਦੇ ਵਿੱਚ ਜਿੱਦਾਂ ਤੁਹਾਨੂੰ ਆਉਂਦੇ ਆ ਤਾਂ ਵੈਲ ਐਂਡ ਗੁੱਡ, ਅਗਰ ਨਹੀਂ ਆਉਂਦੇ ਤਾਂ ਤੁਸੀਂ ਹੁਣ ਪ੍ਰੈਕਟਿਸ ਕਰ ਸਕਦੇ ਹੋ, ਹਲੇ ਟਾਈਮ ਹੈਗਾ ਤੁਹਾਡੇ ਕੋਲ ਕਿ ਤੁਸੀਂ ਆਪਣੀ ਬੁੱਕ ਦੇ ਵਿੱਚ ਇੱਕ ਸਾਈਡ ਤੇ ਸਾਰੇ ਸਿੰਬਲਸ ਲਿਖੇ ਜਾਣੇ ਆ। ਠੀਕ ਹੈ, ਬੁੱਕ ਦੇ ਵਿੱਚ ਲਿਖ ਲਓ, ਬੁੱਕ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਿਹੜਾ ਆਪਣੇ ਕੋਲ ਪੇਜ ਹੁੰਦਾ ਉਹ ਤੇ ਲਿਖ ਲਓ, ਜਾਂ ਫਿਰ ਪੇਸਟ ਕਰ ਲਿਓ ਪੇਜ ਨਾਲ ਦੀ ਨਾਲ, ਤਾਂ ਕਿ ਤੁਹਾਨੂੰ ਸਟੱਡੀ ਕਰਨਾ ਸੌਖਾ ਹੋ ਜਾਵੇ। ਕਿ ਮੈਂ ਮੈਗਨੀਸ਼ੀਅਮ ਦੀ ਗੱਲ ਕਰ ਰਹੀ ਹਾਂ ਤਾਂ ਸਿੰਬਲ ਜੇ ਮੈਂ Mg ਪਾਇਆ ਨਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ Mg ਦਾ ਮਤਲਬ ਕੀ ਹੈ, ਮੈਗਨੀਸ਼ੀਅਮ। ਠੀਕ ਹੈ, ਇਹ ਚੀਜ਼ ਤੁਹਾਨੂੰ ਪਹਿਲੀ ਪਤਾ ਹੋਣੀ ਚਾਹੀਦੀ ਹੈ ਕਿ Mg ਦਾ ਮਤਲਬ ਕੀ ਹੈ, ਮੈਗਨੀਸ਼ੀਅਮ। ਤੇ ਮੈਂ ਮੈਗਨੀਸ਼ੀਅਮ ਜੋ ਰੀਬਨ ਲਿੱਤਾ ਦੈਟ ਇਜ਼ Mg, ਮੈਂ ਸਿੰਬਲ ਲਿੱਤਾ ਹੈ। ਠੀਕ ਹੈ, ਮੈਗਨੀਸ਼ੀਅਮ ਜਦ ਮੈਂ Mg ਲਿਖਤੇ ਦਾ ਮਤਲਬ ਕੀ ਹੈ, ਮੈਗਨੀਸ਼ੀਅਮ। ਮੈਗਨੀਸ਼ੀਅਮ ਰੀਬਨ ਜੋ ਲਿੱਤਾ ਉਹਨੂੰ ਮੈਂ ਬਰਨ ਕੀਤਾ। ਕੀ ਕੀਤਾ ਹੈ, ਬਰਨ। ਬਰਨ ਮਤਲਬ ਕੀ ਹੁੰਦਾ ਹੈ, ਜਲਾਣਾ। ਬਰਨ ਕਰਨਾ ਮਤਲਬ ਕਿਸ ਚੀਜ਼ ਨੂੰ ਜਲਾਣਾ। ਠੀਕ ਹੈ, जो मैं बर्न करूँ, जिवें आपां गैस दे उत्ते किसी चीज़ नूं बर्न करदे हां, मतलब जला रहे हैं। ठीक है, मैगनीशियम रिबन नूं जब बर्न कर रही हां तो मेरे को वाइट पाउडर बन रहा है, ਉਹਦੀ ਕੰਪੋਜੀਸ਼ਨ ਕੀ ਹੈ, MgO। ਵਾਈਟ ਪਾਊਡਰ ਜਿਹੜਾ ਬਣ ਰਿਹਾ ਨਾ ਉਹਦੀ ਕੰਪੋਜੀਸ਼ਨ ਕੀ ਗਿਆ ਸੀ ਮੈਂ ਤੁਹਾਨੂੰ, ਕਿਸ ਚੀਜ਼ ਉਹ ਬਣਿਆ ਹੋਇਆ ਹੈ। ਤਾਂ ਵਾਈਟ ਪਾਊਡਰ ਕਾਹਦਾ ਬਣਿਆ ਹੋਇਆ, ਮੈਗਨੀਸ਼ੀਅਮ ਤੇ ਆਕਸੀਜਨ ਦਾ ਬਣਿਆ ਹੋਇਆ, ਜਿਹਨੂੰ ਆਪਾਂ ਬੋਲਦੇ ਮੈਗਨੀਸ਼ੀਅਮ ਆਕਸਾਈਡ। ਇਹਦਾ ਨਾਮ ਕੀ ਹੈ, ਮੈਗਨੀਸ਼ੀਅਮ ਆਕਸਾਈਡ। ਤਾਂ ਆਪਾਂ ਦੇਖੋ ਕੀ ਕੀਤਾ, ਮੈਗਨੀਸ਼ੀਅਮ ਰੀਬਨ ਲਿੱਤਾ, ਉਸ ਮੈਗਨੀਸ਼ੀਅਮ ਰੀਬਨ ਨੂੰ ਬਰਨ ਕੀਤਾ। ਬਰਨ ਕਰਨ ਤੋਂ ਬਾਅਦ ਆਪਣੇ ਕੋਲ ਵਾਈਟ ਪਾਊਡਰ ਕਲੈਕਟ ਹੋਇਆ। ਉਹ ਜਿਹੜਾ ਵਾਈਟ ਪਾਊਡਰ ਆਪਾਂ ਨੂੰ ਦੇਖਿਆ ਵੀ ਉਹ ਕਾਹਦਾ ਬਣਿਆ ਹੋਇਆ, ਜਦੋਂ ਆਪਾਂ ਦੇਖਿਆ ਤਾਂ ਸਾਨੂੰ ਕੀ ਮਿਲਿਆ, ਉਹ ਕਾਹਦਾ ਬਣਿਆ ਹੋਇਆ, ਮੈਗਨੀਸ਼ੀਅਮ ਆਕਸਾਈਡ ਦਾ। ਠੀਕ ਹੈ, ਇਹ ਆਪਾਂ ਇੱਕ ਐਕਟੀਵਿਟੀ ਪਰਫਾਰਮ ਕੀਤੀ ਖੁਦ ਤੋਂ। ਆਪਾਂ ਕੀ ਲਿੱਤਾ, ਮੈਗਨੀਸ਼ੀਅਮ ਰੀਬਨ ਨੂੰ ਲੈ ਕੇ ਜਦੋਂ ਜਲਾਇਆ ਉਹ ਤੋਂ ਇੱਕ ਨਵੀਂ ਚੀਜ਼ ਬਣੀ, ਜਿਹੜਾ ਨਵੀਂ ਚੀਜ਼ ਬਣੀ ਦੈਟ ਇਜ਼ ਵਾਈਟ ਪਾਊਡਰ। ਉਹ ਵਾਈਟ ਪਾਊਡਰ ਜਿਹੜਾ ਸੀਗਾ ਉਹਨੂੰ ਆਪਾਂ ਕੀ ਬੋਲਤਾ, ਮਤਲਬ ਉਹਦੀ ਕੰਪੋਜੀਸ਼ਨ ਜੋ ਚੈੱਕ ਕੀਤੀ ਤਾਂ ਆਪਾਂ ਨੂੰ ਕੀ ਮਿਲਿਆ, ਮੈਗਨੀਸ਼ੀਅਮ ਆਕਸਾਈਡ। ਠੀਕ ਹੈ, ਹੁਣ ਮਾਈਂਡ 'ਚ ਕੁਐਸਚਨ ਆਉਂਦਾ ਹੈ ਕਿ ਮੈਂ ਤਾਂ ਕੱਲਾ ਮੈਗਨੀਸ਼ੀਅਮ ਲਿੱਤਾ ਸੀਗਾ, ਆ ਵਿੱਚ ਆਕਸੀਜਨ ਕਿੱਥੋਂ ਆ ਗਈ। ਆਉਂਦਾ ਮਾਈਂਡ 'ਚ ਕਿ ਨਹੀਂ ਆਉਂਦਾ ਕਿ ਆਕਸੀਜਨ ਤਾਂ ਮੈਂ ਕਿਤੇ ਵੀ ਨਹੀਂ ਲਿੱਤੀ, ਮੈਂ ਤਾਂ ਮੈਗਨੀਸ਼ੀਅਮ ਲਿੱਤਾ ਜਾਂ ਫਿਰ ਮੈਂ ਉਹਨੂੰ ਬਰਨ ਕੀਤਾ। ਬਰਨ ਵਾਸਤੇ ਤਾਂ ਮੈਂ ਕੋਈ ਲੈਂਪ ਯੂਜ਼ ਕੀਤਾ ਹੋਊਗਾ। ਠੀਕ ਹੈ, ਉਸ ਲੈਂਪ ਦੇ ਵਿੱਚ ਜਿਵੇਂ ਸਪਿਰਿਟ ਲੈਂਪ ਯੂਜ਼ ਕੀਤਾ, ਇੱਥੇ ਕਿਹੜਾ ਯੂਜ਼ ਕੀਤਾ, ਸਪਿਰਿਟ ਲੈਂਪ ਯੂਜ਼ ਕੀਤਾ। ਠੀਕ ਹੈ ਨਾ, ਬਰਨ ਕਰਨ ਵਾਸਤੇ ਤਾਂ ਮੈਂ ਤਾਂ ਲੈਂਪ ਯੂਜ਼ ਕੀਤਾ ਸੀ। ਮੈਗਨੀਸ਼ੀਅਮ 'ਚ ਆਕਸੀਜਨ ਕਿੱਥੋਂ ਆ ਗਈ, ਮੈਗਨੀਸ਼ੀਅਮ ਆਕਸਾਈਡ ਕਿੱਥੋਂ ਬਣ ਗਿਆ। ਤੇ ਇਹ ਚੀਜ਼ ਜਿਹੜੀ ਪੁਆਇੰਟ ਹੈ ਨੋਟ ਕਰਨ ਵਾਲਾ ਹੈ ਕਿ ਆਕਸੀਜਨ ਕਿੱਥੋਂ ਆਈ। ਮੈਂ ਮੈਗਨੀਸ਼ੀਅਮ ਰੀਬਨ ਨੂੰ ਹਵਾ ਦੀ ਪ੍ਰੈਜ਼ੈਂਸ 'ਚ ਹੀ ਬਰਨ ਕੀਤਾ ਨਾ, मतलब मैं ये तो नहीं ਉਹਨੂੰ ਕਿਸੇ ਇਦਾਂ ਵੈਕਿਊਮ 'ਚ ਜਾ ਕੇ ਕ੍ਰੀਏਟ ਕਰਕੇ ਪਹਿਲਾਂ ਬਰਨ ਕੀਤਾ ਹੋਊਗਾ। ਮੈਂ ਕੀ ਕੀਤਾ, ਲੈਂਪ ਲਿੱਤਾ, ਉੱਥੇ ਮੈਗਨੀਸ਼ੀਅਮ ਰੀਬਨ ਰੱਖਿਆ, ਉਹ ਜਲ ਗਿਆ। ਠੀਕ ਹੈ, ਤੇ ਮੇਰੇ ਕੋਲ ਮੈਗਨੀਸ਼ੀਅਮ ਆਕਸਾਈਡ ਬਣ ਗਿਆ। ਪਰ ਇੱਥੇ ਹਵਾ ਤਾਂ ਪ੍ਰੈਜ਼ੈਂਟ ਹੈ, 에ਅਰ ਤਾਂ ਪ੍ਰੈਜ਼ੈਂਟ ਹੈ। ਉਹ ਜਿਹੜੀ 에ਅਰ ਹੈ, 에ਅਰ 'ਚ ਆਕਸੀਜਨ ਤਾਂ ਪ੍ਰੈਜ਼ੈਂਟ ਹੈ ਕਿ ਨਹੀਂ ਹੈ, 에ਅਰ 'ਚ ਆਕਸੀਜਨ ਤਾਂ ਪ੍ਰੈਜ਼ੈਂਟ ਹੈ। ਇਹ ਮੈਗਨੀਸ਼ੀਅਮ ਨੇ ਇਸ ਆਕਸੀਜਨ ਜਿਹੜੀ ਹਵਾ ਦੇ ਵਿੱਚ ਆਕਸੀਜਨ ਪ੍ਰੈਜ਼ੈਂਟ ਹੈ, 에ਅਰ ਦੇ ਅੰਦਰ ਜਿਹੜੀ O2 ਪ੍ਰੈਜ਼ੈਂਟ ਹੈ, ਉਹਦੇ ਨਾਲ ਕੀ ਕੀਤਾ ਹੋਊਗਾ, रिएक्ट किया होगा। ठीक है, ये तो की पता चल रहा है आ नवी चीज़ जी बनी। ਇਹਦਾ मतलब की है कि जो मैगनीशियम मैं रीबन लिता सी उन्हें हवा च पई हुई ऑक्सीजन और रिएक्ट किया होगा, ਤਾਂ जाके अपने को की बनया होगा, मैगनीशियम ऑक्साइड बनया होगा। ठीक है, इनू आप बोलते एक तरह कैमिकल इक्वेशन। खुद देखो, मैं मैगनीशियम में Mg लिखता, एयर में ऑक्सीजन लिखता, तो वाइट पाउडर जो बनया दैट इज जिन्होंने आप मैगनीशियम ऑक्साइड बोल देंगे उन्होंने MgO लिखता। इनू बोलते कैमिकल इक्वेशन। ठीक है, आ जी पूरी रिएक्शन इनू की बोले कैमिकल रिएक्शन कि मैगनीशियम ऑक्सीजन नाल मिलके मैगनीशियम ऑक्साइड बना रहा है। इनू मतलब कोई कैमिकल चेंज आ रहा है, नवी चीज़ बन रही है। मैगनीशियम ऑक्सीजन मिलके मैगनीशियम ऑक्साइड बना रहे हैं, दिस इज कैमिकल रिएक्शन। एक कोई चीज़ नवी बन रही है। और इक्वेशन की है, फर्क समझ आ रहे हैं। रिएक्शन मतलब कितों केड़ी चीज़ बनी है, इक्वेशन का मतलब कि मैं उन्होंने रिप्रजेंट किया कि मैगनीशियम रीबन मैं Mg ना लिखता, जो मैगनीशियम रीबन से मैं Mg ना लिखता। ठीक है, एयर में मैं ऑक्सीजन की फॉर्म च लिखता। ठीक है, इन्होंने दोनों ने मिलकर MgO बनाया तो मैं उन्होंने MgO लिखता। मैगनीशियम ऑक्साइड की लिखता MgO। तो अपने को केमिकल इक्वेशन की हुई Mg प्लस O2 मिलके की बना रहे हैं MgO। क्लियर है, तो दिस इज केमिकल इक्वेशन। पर केमिकल इक्वेशन हमेशा साडे कोल की होनी चाहिए है, बैलेंस्ड।
ਕੈਮੀਕਲ ਇਕੁਏਸ਼ਨ ਹਮੇਸ਼ਾ ਆਪਣੇ ਕੋਲ ਕੀ ਹੋਣੀ ਚਾਹੀਦੀ ਹੈ, ਬੈਲੈਂਸਡ। ਬੈਲੈਂਸ ਦਾ ਮਤਲਬ ਕੀ ਹੈ ਕਿ ਜਿਹੜੀ ਚੀਜ਼ ਆਪਣੇ ਕੋਲ ਇਸ ਸਾइड ਤੇ है और इस साइड तक है, राइट हैंड साइड और लेफ्ट हैंड साइड दोनों देखिए, दिस इज लेफ्ट हैंड साइड और ये मेरे को की है राइट हैंड साइड। मैं दो साइड्स लीतियां ने, एक राइट हैंड साइड लीती है, एक लेफ्ट हैंड साइड लीती है, ते दोनों चीज़ां हमेशा की होनी चाहिए एक दूजे दे इक्वल होनी चाहिए ने, कि लेफ्ट हैंड साइड और राइट हैंड साइड की होनी चाहिए सेम होनी चाहिए, आप बोलते हैं बैलेंस्ड होनी चाहिए है, इक्वल। ठीक है, कोई ज़्यादा या घट नहीं होनी चाहिए, इक्वल होनी चाहिए, बैलेंस होनी चाहिए। लेफ्ट हैंड साइड और राइट हैंड साइड की होनी चाहिए बैलेंस्ड होनी चाहिए। हुण ये बैलेंस का मतलब की है, इत्थे mg किन्ने है 1, इस साइड ते mg किन्ने है 1, इस साइड ते ऑक्सीजन किन्ने है 2, बट इस साइड ते ऑक्सीजन किन्ने है 1। तो यह मतलब यह बैलेंस नहीं है क्योंकि इधर ऑक्सीजन ज़्यादा नहीं, इस साइड ते ऑक्सीजन की है घट है। ठीक है, वो बैलेंसिंग आपां नूं करनी पऊगी। वो बैलेंसिंग जी किमें करनी है वो मैं नैक्सट लेक्चर में डिस्कस करूँगी कि बैलेंसिंग आप किस चीज़ से किमें कर सकते, क्योंकि आप बहुत सारे टॉपिक्स करने हैं। बैलेंसिंग जो है कैमिकल इक्वेशन का वो बहुत इंपॉर्टेंट टॉपिक है। ठीक है, क्योंकि जिन्नी केमिस्ट्री स्टडी कर रहे हो, चाहे तुम 10th च पढ़ रहे हो, 10th तो बाद +1 +2 मैडिकल रखते हो, नॉन मैडिकल रखते हो, साइंस स्ट्रीम रखते हो, तो तुहाडे कोल जिहड़ा बैलेंसिंग वाला टॉपिक है ये तुहानू इसी क्लास दे विच क्लीयर होना चाहिए ताकि तुहानू +1 +2 दे विच बैलेंसिंग तुहानू ऑलरेडी आंदी होवे। ठीक है, तो आप ये उत्ते पूरा टॉपिक एक लैक्चर जो है बैलेंसिंग ते लगावांगे, जिहदे विच आपां तुहानू यह डिस्कस करांगे कि बैलेंसिंग हुंदी किवें है, तो तुसीं किहड़ा मैथड यूज़ करना बैलेंसिंग वास्ते। फिलहाल मैं तुहानू इक्वेशन लिखवा रही हाँ, ये आप बैलेंसिंग किवें करांगे और नैक्सट लैक्चर च आप डिस्कस करांगे कि मैग्नीशियम ऑक्सीजन मिलके मैग्नीशियम ऑक्साइड किवें बना रहा है। ये नैक्सट लैक्चर च आप ओहदी बैलेंसिंग करांगे। ठीक है, अपने कोल की सी मैग्नीशियम रिबन सी, एयर च ऑक्सीजन आई, उन्हें मैग्नीशियम ऑक्साइड बनाता, दैट इज MgO बनाता, जो आप बर्न किया। एक आप रिएक्शन पढ़ ली हुई है, बैलेंसिंग मैं हुण करती हुई है, पर आप डिस्कस जी वो नैक्सट लैक्चर च करांगे प्रॉपर कि ये मैं 2 मैग्नीशियम इतने क्यों लिता, तो इतने 2 कि आ गया, अज जो 2 लगाया ना, ये फिलहाल तुम इदा नोट कर लो क्योंकि मैं नैक्सट लैक्चर ये प्रॉपर बैलेंसिंग का डिस्कस करांगी। इतने मैं 2 लिखता। ठीक है, तो सिर्फ वो वास्ते देखो इतने भी कितने मैग्नीशियम हो गए 2, इस साइड पर भी मैग्नीशियम कितने हो गए 2, इस साइड पे ऑक्सीजन कितनी सी 2 और 2 ऑक्सीजन इस साइड पे भी हो गया। ठीक है, 2 दोनों ना मल्टीप्लाई हो रहे मैग्नीशियम नाल भी और ऑक्सीजन नाल भी। ठीक है, इसका मतलब इस साइड पे मैग्नीशियम भी 2 हो गए, ऑक्सीजन भी 2 हो गए, इस साइड पे भी मैग्नीशियम 2 है, ऑक्सीजन 2 ने। ਇਹਦਾ मतलब ये चीज़ की होगी बैलेंस होगी, दोनों साइड्स की हो गया सेम हो गया, बट किमें हुई वो नैक्सट लेक्चर जब बैलेंसिंग करांगे डिस्कस। तो एक होर चीज़ मैं तुहाडे नाल डिस्कस करूँगी, मैग्नीशियम का मतलब की, मैं मतलब तुहानूं कहता कि मैग्नीशियम रिबन लेना है, तो कई बच्चे माइंड जाता हो मैग्नीशियम क्यों लै रहे हैं, मैग्नीशियम है की या कुछ भी है। ठीक है, ये एक्चुअल हुंदा की है, जिवें आपां कहंदे आ सानूं ये पता है कि पानी है, सबनूं पता कि पानी H2O है, ये सबनूं पता है। ठीक है, यदि आपां लैंदे आ लोहा है, लोहा सबनूं पता, आयरन नूं आपां लोहा बोलते हैं, दैट इज Fe। ठीक है, इसी तरह जिवें अपने कोल सारी चीज़ का सिंबल हुंदा है, जिवें अपने कोल ना अर्थ दे उत्ते बहुत सारे एलीमेंट्स ने, अर्थ उत्ते बहुत सारी चीज़ां ने, उन्हां दे विच आपां कुछ एलीमेंट स्टडी कीते होए ने, जिवें आयरन आपां कढदे आ, आयरन का सिंबल F होंगे। ठीक है, इन्हों आप लोहा नाम देता कि आयरन है, कि इनू आप अर्थ क्रस्ट चो कढ़ते हैं। ठीक है, इदी अपने को जोड़ा हाइड्रोजन है वो हवा च प्रेजेंट है, गैस की फॉर्म के हाइड्रोजन है। जिस तरह सारे एलीमेंट्स आते हैं, सोडियम जोड़ा है वह भी अर्थ के प्रेजेंट होगा, जिन्होंने Na देता। इसी तरह एक मैग्नीशियम है, मैग्नीशियम आप अर्थ चो कढ़ते हैं, वह भी अपने को मैग्नीशियम उन्होंने लिता है, बस वो कि फॉर्म च रिबन की फॉर्म के है। ठीक है, वो मैं रिबन की फॉर्म च लिता है, अदरवाइज तुम उन्होंने किसी होर फॉर्म च भी लै सकते हो, सॉलिड फॉर्म च। ठीक है, तो ये मैग्नीशियम है कि ये भी एक एलीमेंट है। ठीक है, मैग्नीशियम एक एलीमेंट है जिन्हों मैं एयर दे विच की कीता, उन्होंने बर्न किया, तो अपने को की बने मैग्नीशियम ऑक्साइड, दैट इज कंपाउंड। तुसीं छोटे होंदे अपने 9th क्लास दे विच सॉलिड लिक्विड गैस के नाल तुसीं स्टेट्स ऑफ मैटर पढ़िया होणगियां, जिवें सॉलिड लिक्विड गैस पढ़िया, इहदे उसी नाल वो भी पढ़ी होगी कि अपने को एलीमेंट की हुंदा है। ठीक है, कंपाउंड की हुंदा है, मॉलिक्यूल्स की हुंदे है। एलीमेंट जिहड़ा कल्ला एग्जिस्ट होंदे को ये एलीमेंट है। ठीक है, ये अपने को मॉलिक्यूल कल्ला ऑक्सीजन, तो अपने को कि मैग्नीशियम ऑक्साइड इज अ कंपाउंड, या तुसीं मॉलिक्यूल की फॉर्म च लै सकते हैं। तो आ चीज़ां जिहड़ियां तुसीं एलीमेंट, मॉलिक्यूल ते कंपाउंड स्टडी कर चुके हो। तो मैग्नीशियम रिबन एक आपां एलीमेंट की फॉर्म च लिता है, मैग्नीशियम जो सिंबल लिता है वो एलीमेंट सिंबल है, कि मैग्नीशियम का सिंबल की होंदा Mg। ठीक है, जिवें लोहे का सिंबल Fe होंदा है, यदि मैग्नीशियम का सिंबल Mg है, पोटाशियम का सिंबल K है, क्लोरीन का सिंबल क्लोरीन है। ठीक है,
ਤੇ ਬੈਲੈਂਸਿੰਗ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ। ਬਟ ਤੁਸੀਂ ਕੀ ਕਰਨਾ ਹੈ, ਅੱਜ ਰਿਐਕਸ਼ਨਸ ਹੈ ਜਿਹੜੇ ਅੱਜ ਆਪਾਂ ਐਕਟੀਵਿਟੀ 1 ਕੀਤੀ ਹੈ ਉਹਨੂੰ ਧਿਆਨ ਦੇ ਲੈਣਾ ਹੈ ਕਿ ਆਪਣੇ ਕੋਲ ਕੀ ਹੈ, ਕੈਮੀਕਲ ਰਿਐਕਸ਼ਨ ਕੀ ਹੁੰਦੀ ਔਰ ਕੈਮੀਕਲ ਇਕੁਏਸ਼ਨ ਕੀ ਹੁੰਦੀ ਹੈ। ਇਹ ਮੈਂ ਤੁਹਾਨੂੰ ਇੱਕ ਐਕਟੀਵਿਟੀ ਨਾ ਪਰਫਾਰਮ ਕਰਕੇ ਦੱਸਿਆ ਵੀ ਆਪਣੇ ਕੋਲ ਆਹ ਐਕਟੀਵਿਟੀ 1 ਕੀਤੀ ਹੈ, तो उस एक्टिविटी ਦੇ ਵਿੱਚ ਆਪਣੇ ਕੋਲ ਕੈਮੀਕਲ ਰਿਐਕਸ਼ਨ ਕੀ ਹੈ, ਇਕੁਏਸ਼ਨ ਕੀ ਹੈ, ਇਹ ਆਪਾਂ ਡਿਸਕਸ ਕੀਤੀ ਹੈ। ਇਕੁਏਸ਼ਨ ਦੀ ਡਿਟੇਲ ਸਟੱਡੀ ਜਿਹੜੀ ਆਪਾਂ ਨੈਕਸਟ ਲੈਕਚਰ 'ਚ ਨਾਲ ਦੀ ਨਾਲ ਕਰਾਂਗੇ, ਜੋ ਮੈਂ ਤੁਹਾਨੂੰ ਬੈਲੈਂਸਿੰਗ ਕਰਵਾਉਣੀ ਹੈ। ਠੀਕ ਹੈ, ਸੋ ਆਪਾਂ ਨੈਕਸਟ ਲੈਕਚਰ 'ਚ ਬੈਲੈਂਸਿੰਗ ਪਲੱਸ ਕੈਮੀਕਲ ਇਕੁਏਸ਼ਨ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਦੋਨੋਂ ਟੌਪਿਕ ਕਵਰ ਕਰਾਂਗੇ। ਥੈਂਕ ਯੂ।